ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ 12 ਮਾਹ ਗਾਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1107 ਦੇ ਉੱਪਰ ਸ਼ੋਭਿਤ ਹੈ। ਇਸ ਬਾਣੀ ਦੀ ਜੋ ਚਾਲ ਹੈ ਉਹ ਛੰਤ ਦੀ ਚਾਲ ਹੈ। ਇਹਦੇ ਅੰਦਰ ਕੁੱਲ 17 ਛੰਤ ਹਨ, ਜਿਨ੍ਹਾਂ ਦੇ ਵਿੱਚੋਂ ਪਹਿਲੇ 4 ਛੰਤ ਦੀ ਵਿਚਾਰ ਅਸੀਂ ਪਿਛਲੀਆਂ ਕਲਾਸਾਂ 'ਚ ਕਰ ਚੁੱਕੇ ਹਾਂ। ਅੱਜ ਜੋ ਪੰਜਵਾਂ ਹੈ ਛੰਤ, ਜੋ ਮਹੀਨਿਆਂ ਦੇ ਗਿਣਤੀ ਦੇ ਮੁਤਾਬਕ ਹੁਣ ਪਹਿਲਾ ਮਹੀਨਾ ਜੋ ਚੇਤ ਦਾ ਹੈ, ਉਹਦੇ ਤੋਂ ਇਹ ਬਾਣੀ ਦੇ ਵਿੱਚ ਹੁਣ ਉਹਦੀ ਵਿਚਾਰ ਸ਼ੁਰੂ ਹੋ ਰਹੀ ਹੈ। ਉਹ ਪਹਿਲਾਂ ਇਸ ਕੌੜੀ ਦਾ, ਇਸ ਛੰਤ ਦਾ ਪਾਠ ਸੁਣ ਲੈਂਦੇ ਹਾਂ। ਸੋ ਚੇਤ ਬਸੰਤ ਭਲਾ ਅਵਰ ਸੁਹਾਵੜੇ, ਬਨ ਫੂਲੇ ਮੰਝ ਬਾਰ, ਮੈਂ ਫਿਰ ਘਰ ਬਾਹੜੇ। ਫਿਰ ਘਰ ਨਹੀਂ ਆਵੈ, ਧਨ ਕਿਉਂ ਸੁਖ ਪਾਵੈ, ਬਿਰਹਿ ਬਿਰੋਧ ਤਨ ਛੀਜੈ। ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁਖ ਅੰਕ ਸਹੀਜੈ। ਭਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾਂ ਮਰ ਮਾਏ। ਨਾਨਕ ਚੇਤ ਸਹਿਜ ਸੁਖ ਪਾਵੈ, ਜੇ ਹਰ ਵਰ ਘਰ ਧਨ ਪਾਏ। ਸੋ ਪਹਿਲੇ ਜਿਹੜੇ 4 ਅਸੀਂ ਛੰਤ ਕੀਤੇ ਹਨ, ਉਹਨਾਂ ਦੇ ਅੰਦਰ ਇੱਕ ਤਰੀਕੇ ਦੇ ਨਾਲ ਇਹ 12 ਮਾਹ ਦੀ ਭੂਮਿਕਾ ਹੈ, ਪ੍ਰੀਫੇਸ ਹੈ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜੀਵ ਇਸਤਰੀ ਦਾ ਪਤੀ ਪਰਮੇਸ਼ਰ ਦੇ ਨਾਲ ਜੋ ਸਹਿਜ ਸੁਭਾਅ ਜਾਂ ਮਿਲਾਪ ਹੈ, ਉਹਦਾ ਜ਼ਿਕਰ ਕੀਤਾ ਹੈ। ਫਿਰ ਉਹਦੇ 'ਚ ਨਾਲ ਜੋ ਬਿਰਹ ਦੀ ਅਵਸਥਾ ਹੈ ਤੇ ਮਿਲਾਪ ਦੀ ਅਵਸਥਾ ਹੈ, ਉਹਨਾਂ ਦੋਨਾਂ ਦਾ ਵੀ ਜ਼ਿਕਰ ਆਇਆ ਸੀ। ਸੋ ਹੁਣ ਅੱਗੇ ਗੱਲ ਆਉਂਦੀ ਹੈ 12 ਮਾਹ ਦੀ ਜੋ ਮੇਨ ਬੋਡੀ ਆਫ ਪੋਇਟਰੀ ਹੈ, ਜਿਹਦੇ ਵਿੱਚ ਮਹੀਨਿਆਂ ਨੂੰ ਰੈਫਰ ਕਰਕੇ ਤੇ ਅੱਗੋਂ ਗੱਲ ਕੀਤੀ ਜਾਂਦੀ ਹੈ। ਇਹ ਗੱਲ ਅਸੀਂ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਹਾਂ ਕਿ ਨਾਨਕ ਪਾਤਸ਼ਾਹ ਤੋਂ ਸਮੇਂ ਤੋਂ ਪਹਿਲਾਂ ਵੀ ਕਈ ਕਵੀਆਂ ਨੇ 12 ਮਾਹ ਲਿਖੇ ਹੋਏ ਹਨ। ਉਹਨਾਂ ਤੋਂ ਬਾਅਦ ਵੀ ਕਈਆਂ ਨੇ 12 ਮਾਹ ਰਚਨਾ ਕੀਤੀ ਹੈ। ਅੱਜ ਕੱਲ੍ਹ ਦੇ ਜ਼ਮਾਨੇ ਦੇ ਮਾਡਰਨ ਕਵੀਆਂ ਨੇ ਵੀ 12 ਮਾਹ ਲਿਖੇ ਹਨ। ਉਹਨਾਂ ਦਾ ਜੋ ਵਿਸ਼ਾ ਵਸਤੂ ਹੈ, ਆਮ ਤੌਰ ਤੇ ਜਿਹੜੇ ਦੂਜੇ ਲੋਕਾਂ ਦਾ ਹੈ, ਉਹਨਾਂ ਦੇ ਵਿੱਚ ਵਿਸ਼ਾ ਵਸਤੂ ਹੁੰਦਾ ਹੈ ਦੁਨਿਆਵੀ ਪਿਆਰ ਦਾ। ਇੱਕ ਪ੍ਰੇਮਿਕਾ ਆਪਣੇ ਪ੍ਰੇਮੀ ਦੇ ਵਿਛੋੜੇ ਦੇ ਵਿੱਚ ਆਪਣੀ ਜੋ ਦਿਲ ਦੀ ਅਵਸਥਾ ਹੈ, ਉਹਦਾ ਜ਼ਿਕਰ ਕਰਦੀ ਹੈ ਮਹੀਨਿਆਂ ਦੀ ਗੱਲ ਕਰਕੇ। ਪਰ ਗੁਰੂ ਸਾਹਿਬ ਨੇ ਇਸ ਆਪਣੇ ਰਚਨ ਕੀਤੇ ਹੋਏ 12 ਮਾਹ ਦੇ ਅੰਦਰ ਜੀਵ ਇਸਤਰੀ ਦਾ ਪਤੀ ਪਰਮਾਤਮਾ ਪਾਸੋਂ ਜੋ ਵਿਛੋੜਾ ਹੈ ਅਤੇ ਜੋ ਮਿਲਾਪ ਦਾ ਸੁੱਖ ਹੈ, ਉਹਨਾਂ ਉਸ ਵਿਸ਼ੇ ਨੂੰ ਛੋਇਆ ਹੈ, ਉਹਦੀ ਗੱਲ ਕੀਤੀ ਹੈ। ਤੇ ਨਾਲ ਹੀ ਨਾਲ ਮਨੁੱਖਾ ਜੀਵਨ ਦਾ ਜੋ ਮੇਨ ਮਕਸਦ ਹੈ ਕਿ ਜੀਵ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋਵੇ, ਉਸ ਦੀ ਗੱਲ ਨੂੰ ਸਮਝਾਇਆ ਹੈ। ਸੋ ਇਹ ਜੋ ਹੁਣ ਚੇਤ ਦੀ ਗੱਲ ਆਈ ਹੈ, ਹਰ ਮਹੀਨੇ ਦੇ ਨਾਲ ਥੋੜਾ ਬਹੁਤ ਰੁੱਤ ਦਾ ਵੀ ਬਦਲਾਅ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਬਾਣੀ ਹੈ ਜਿਹਦੇ ਵਿੱਚ ਰੁੱਤਾਂ ਦੀ ਗੱਲ ਵੀ ਕੀਤੀ ਗਈ ਹੈ। 6 ਰੁੱਤਾਂ ਮੰਨੀਆਂ ਜਾਂਦੀਆਂ ਹਨ ਭਾਰਤੀ ਸਿਸਟਮ ਦੇ ਅੰਦਰ। ਉਹਨਾਂ 6 ਰੁੱਤਾਂ ਨੂੰ ਲੈ ਕੇ ਗੁਰੂ ਪਾਤਸ਼ਾਹ ਨੇ ਉੱਥੇ ਵੀ ਬਾਣੀ ਦੀ ਰਚਨਾ ਕੀਤੀ ਹੈ। ਤੋ ਇਹ 12 ਮਹੀਨਿਆਂ ਦੇ ਵਿੱਚ ਹੁਣ ਜਿਵੇਂ 2-2 ਮਹੀਨਿਆਂ ਦੀ ਸਮਝੋ ਇੱਕ ਰੁੱਤ ਜਿਹੜੀ ਹੈ ਉਹ ਗਿਣੀ ਜਾਂਦੀ ਹੈ। ਚੇਤ ਦਾ ਜੋ ਸਮਾਂ ਹੈ ਉਹ ਬਸੰਤ ਰੁੱਤ ਦਾ ਸਮਾਂ ਹੈ। ਤੋ ਉਸ ਬਸੰਤ ਦੇ ਉੱਤੇ ਜਿਵੇਂ ਆਪ ਸਾਰੇ ਜਾਣਦੇ ਹੀ ਹੋ ਕਿ ਵਨਸਪਤੀ ਫੁੱਲ ਪੌਦੇ ਆਦਿ ਸਾਰੇ ਖਿੜਾਅ ਦੇ ਵਿੱਚ ਹੁੰਦੇ ਹਨ। ਆਪਣੇ ਪੂਰੇ ਖਿੜਾਅ ਦੇ ਸਰੂਪ ਵਿੱਚ ਹੁੰਦੇ ਹਨ। ਸਾਰੀ ਬਨਸਪਤੀ ਖਿੜੀ ਹੋਈ ਹੁੰਦੀ ਹੈ, ਫੁੱਲਾਂ ਦੀ ਖੁਸ਼ਬੂ ਨਾਲ ਬਾਗ ਮਹਿਕੇ ਹੋਏ ਹੁੰਦੇ ਹਨ ਤੇ ਬੜਾ ਸੁਹਾਵਣਾ ਜਿਹਾ ਮੌਸਮ ਹੁੰਦਾ ਹੈ। ਮੌਸਮ ਵੀ ਬਹੁਤ ਹੀ ਪਲੇਜ਼ੈਂਟ ਹੁੰਦਾ ਹੈ, ਨਾ ਜ਼ਿਆਦਾ ਗਰਮੀ ਹੁੰਦੀ ਹੈ, ਨਾ ਜ਼ਿਆਦਾ ਠੰਡ ਹੁੰਦੀ ਹੈ। ਬੜਾ ਸਹਿਜ ਵਾਲਾ ਪਲੇਜ਼ੈਂਟ ਜਿਹਨੂੰ ਕਹਿ ਸਕਦੇ ਹਾਂ ਮੌਸਮ ਹੁੰਦਾ ਹੈ। ਅੱਗੋਂ ਜਦੋਂ ਫਿਰ ਜੇਠ ਹਾੜ ਦਾ ਮਹੀਨੇ ਆਉਂਦੇ ਹਨ ਤਾਂ ਫਿਰ ਜ਼ਿਆਦਾ ਗਰਮੀ ਔਰ
ਜ਼ਿਆਦਾ ਤਿੱਖੀਆਂ ਹੁੰਦੀਆਂ ਹਨ। तो ये बसंत जो है ये खेड़े का समा है। ਤੇ ਇਸ ਰੁੱਤਾਂ ਦੇ ਖੇੜੇ ਬਹਾਰ ਦੇ ਜੋ ਮਾਹੌਲ ਹੈ ਉਸ ਨੂੰ ਲੈ ਕੇ ਗੁਰੂ ਸਾਹਿਬ ਨੇ ਇੱਕ ਤਾਂ ਇਸ ਮਹੀਨੇ ਨੂੰ ਭਲਾ ਤਾਂ ਕਿਹਾ ਹੀ ਕਿਹਾ ਹੈ ਤੇ ਜੋ ਉਸ ਖਿੜਾਅ ਦੀ ਆਸੇ-ਪਾਸੇ ਦੇ ਸਾਰੇ ਖਿੜਾਅ ਦੀ ਅਵਸਥਾ ਨੂੰ ਦੇਖ ਕੇ ਜੋ ਜੀਵ ਇਸਤਰੀ ਦੇ ਮਨ ਦੇ ਅੰਦਰ ਅਤੇ ਦੁਨਿਆਵੀ ਜੋ ਇਸਤਰੀਆਂ ਹਨ ਉਹਨਾਂ ਦੇ ਮਨ ਦੇ ਅੰਦਰ ਵੀ ਸੁਹਾਗਣਾ ਦੇ ਮਨ ਦੇ ਅੰਦਰ ਵੀ ਜੋ ਪਤੀ ਦੇ ਮਿਲਾਪ ਦਾ ਜੋ ਭਾਵ ਪੈਦਾ ਹੁੰਦੇ ਹਨ ਉਹਦੇ ਨਾਲ ਜੋ ਉਹਨਾਂ ਦੇ ਮਨ ਦੇ ਵਿੱਚ ਆਨੰਦ ਦੀ ਅਵਸਥਾ ਬਣਦੀ ਹੈ ਜਿਨ੍ਹਾਂ ਨੂੰ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਤਾਂ ਉਹਨਾਂ ਦੀ ਹਾਲਤ ਉਸ ਤਰੀਕੇ ਦੀ ਹੁੰਦੀ ਹੈ ਤੇ ਜਿਨ੍ਹਾਂ ਦੇ ਪਤੀ ਵਿਦੇਸ਼ ਹਨ ਜਾਂ ਜਿਨ੍ਹਾਂ ਦਾ ਮਿਲਾਪ ਨਹੀਂ ਹੁੰਦਾ ਫਿਰ ਉਹਨਾਂ ਦੇ ਅੰਦਰ ਜੋ ਚੋਭ ਹੁੰਦੀ ਹੈ ਜੋ ਉਹਨਾਂ ਦੇ ਮਨ ਦੇ ਅੰਦਰ ਦੁੱਖ ਦੀ ਭਾਵਨਾ ਆਉਂਦੀ ਹੈ ਉਹਦਾ ਵੀ ਜ਼ਿਕਰ ਜਿਹੜਾ ਹੈ ਇਸ ਪਤੇ ਦੇ ਅੰਦਰ ਗੁਰੂ ਸਾਹਿਬ ਨੇ ਕੀਤਾ ਗਿਆ ਹੈ। तो चेत बसंत भला अवर सुहावड़े। तो चेत का महीना गुरु साहब कहते हैं कि भला है चंगा है सोहना लगता है। इस महीने के अंदर भौरे फुल्लां दे उत्ते मंडराते हैं उन्हां दे उत्ते चक्कर लगाते हैं ते वो भौरे भी फुल्लां दा रस पींदे हुए सोहने लगते हैं। ये मौसम का जो वर्णन है चित्रण है गुरु साहब कर रहे हैं। फिर अगे इसे ही डिस्क्रिप्शन होर वधांदे होए कहते हैं कि बन फूले मंझ बार मैं फिर कर बहुड़। बन का अर्थ है जंगल, मंझ का अर्थ है विच, बन मंझ बन दे विच जंगल दे विच फूले फुल अधिक ਜਿਹੜੇ ਉੱਥੇ ਉਗਦੇ ਹਨ ਜੰਗਲ ਦੇ ਅੰਦਰ ਤੇ ਬਾਹਰ ਦਾ ਅਰਥ ਹੈ ਬਾਹਰ ਦਾ ਇਲਾਕਾ। ਇਹ ਆਮ ਤੌਰ ਤੇ ਖੁੱਲੀ ਜ਼ਮੀਨ ਹੁੰਦੀ ਹੈ ਜਿੱਥੇ ਅਜੇ ਕੋਈ ਵਸੋਂ ਨਹੀਂ ਵਸਦੀ ਤੇ ਜ਼ਿਆਦਾ ਉੱਥੇ ਸੰਘਣਾ ਜਾਨਵਰ ਵਗੈਰਾ ਵੀ ਨਹੀਂ ਰਹਿੰਦੇ ਜੰਗਲੀ ਮਾਹੌਲ ਨਹੀਂ ਹੁੰਦਾ ਜ਼ਿਆਦਾ ਪੇੜ ਸੰਘਣੇ ਨਹੀਂ ਹੁੰਦੇ। तो वो ਜ਼ਮੀਨ ਜਿੱਥੇ ਅਜੇ ਜ਼ਿਆਦਾ ਵਸੋਂ ਨਾ ਹੋਵੇ ਜਿੱਥੇ ਅਜੇ ਖੇਤੀ ਵੀ ਨਹੀਂ ਕੀਤੀ ਜਾ ਰਹੀ तो वो बाहर का जो इलाका है जिन्हों कोई विरला बंदा ही जाके डेवलप कर रहा होंदा है। तो जो अंग्रेज़ों का राज सी तो उदों जिन्हें भी उन्होंने ज़्यादा समझो फेथफुल फॉलोअर हिंदुस्तानियों होंदे सीगे जिन्हों वो इनाम देना चाहते सी तो उन्होंने ये बाहर ਦੀਆਂ ਜ਼ਮੀਨਾਂ ਜਿਹੜੀਆਂ ਸਨ ਉਹ ਇਨਾਮ ਵਜੋਂ ਉਹਨਾਂ ਨੂੰ ਅਵਾਰਡ ਕਰ ਦਿੱਤੀਆਂ ਜਾਂਦੀਆਂ ਸਨ। ਕਿਸੇ ਨੂੰ कुछ 2 किले किसी ਨੂੰ 10 किले किसी ਨੂੰ ਇਸ ਤਰ੍ਹਾਂ ਇਹ ਜ਼ਮੀਨਾਂ ਵੰਡ ਦਿੱਤੀਆਂ ਜਾਂਦੀਆਂ ਸਨ ਤੇ ਉਹ ਕਹਿੰਦਾ ਸੀ ਬਾਹਰ ਦੇ ਇਲਾਕੇ 'ਚ ਇਹ ਜ਼ਮੀਨ ਤੁਹਾਡੀ ਹੋ ਗਈ ਤੁਸੀਂ ਇੱਥੇ ਜਾ ਕੇ ਜ਼ਮੀਨ ਨੂੰ ਡਿਵੈਲਪ ਕਰੋ ਖੇਤੀ ਕਰੋ ਜੋ ਵੀ ਕਰਨਾ ਹੈ ਉਹਨੂੰ ਵਰਤੋ। ਉਹ ਜੋ ਖੁੱਲੀ ਜ਼ਮੀਨ ਦਾ ਜੋ ਇਲਾਕਾ ਹੈ ਉਹ ਬਾਹਰ ਦਾ ਇਲਾਕਾ ਕਿਹਾ ਜਾਂਦਾ ਹੈ। तो ਬਾਹਰ ਦੇ ਵਿੱਚ ਵੀ ਟਾਵੇਂ ਕਿਤੇ ਜਿਹੜੇ ਪੌਦੇ ਹੁੰਦੇ ਹਨ ਉਹਨਾਂ ਨੂੰ ਵੀ ਫੁੱਲ ਲੱਗੇ ਹੁੰਦੇ ਹਨ। तो गुरु साहब कह रहे हैं कि बन फूले मंझ बार इस खुली ਜ਼ਮੀਨ ਵਿੱਚ ਬਨਸਪਤੀ ਨੂੰ ਇੱਥੇ ਬਸੰਤ ਦੇ ਵਿੱਚ ਉੱਥੇ ਵੀ ਫੁੱਲ ਲੱਗ ਜਾਂਦੇ ਹਨ ਖਿੜ ਜਾਂਦੇ ਹਨ ਤੇ ਮੇਰੇ ਹਿਰਦੇ ਰੂਪੀ ਜ਼ਮੀਨ ਦੇ ਵਿੱਚ ਵੀ ਇਹ ਫੁੱਲ ਖਿੜ ਜਾਣ ਮੇਰਾ ਹਿਰਦਾ ਵੀ ਖਿੜ ਜਾਵੇ ਜੇ ਫਿਰ ਘਰ ਬਾਹੜ ਜੇ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਮੇਰਾ ਪਤੀ ਪਰਮੇਸ਼ਰ ਮੇਰੇ ਘਰ ਵਿੱਚ ਆ ਜਾਵੇ ਮੇਰੇ ਹਿਰਦੇ ਵਿੱਚ ਆ ਵਸੇ। तो एक गल बड़ी स्पष्ट तौर के उत्ते समझण वाली है कि गुरु साहब ने मिसाल भावें कोई भी चुनी हुए चाहे समय की मिसाल है चाहे फुल बनस्पति के खिड़ाव की मिसाल है चाहे बरसात की है या कुछ भी कुदरत के विचों कोई भी उन्होंने एग्जाम्पल लीती है या मनुखी समाज के अंदरों भी जो कोई मिसालां लैंदे हैं तो उन्होंने वरत के उन्हों मुख मकसद यही होंदा है कि इंसान के मन ਨੂੰ ਪ੍ਰੇਰਨਾ ਕਰਨੀ ਕਿ ਉਹਦੇ ਆਪਣੇ ਹਿਰਦੇ ਦੇ ਅੰਦਰ ਪ੍ਰਭੂ ਪਿਆਰੇ ਦੇ ਨਾਲ ਪ੍ਰੀਤ ਪਾਵੇ ਉਹਦੇ ਪਿਆਰ ਉਹਦੀ ਸਿਫਤ ਸਲਾਹ ਦੇ ਨਾਲ ਮਨ ਦੇ ਵਿੱਚ ਜੋ ਹਨ ਉਹ ਉਹਦੇ ਯਾਦ ਟਿਕੇ ਤੇ ਐਸਾ ਕੋਈ ਨਾ ਕੋਈ ਸਬਬ ਬਣੇ ਜਿਹਦੇ ਨਾਲ ਜੀਵ
ਅਤੇ ਪ੍ਰਭੂ ਪਰਮਾਤਮਾ ਦਾ ਮਿਲਾਪ ਜਿਹੜਾ ਹੈ ਉਹ ਮੁਮਕਿਨ ਹੋ ਜਾਵੇ। ਸੋ ਕਈ ਵਾਰੀ ਲੋਕੀ ਕਹਿੰਦੇ ਹਨ ਜੀ ਵੀ ਜ਼ਰਾ ਗੁਰਬਾਣੀ ਵਿੱਚੋਂ ਤੁਸੀਂ ਕੋਈ ਮਿਸਾਲ ਦਿਓ ਜੀ ਜਿਹਦੇ ਵਿਆਹ ਦੇ ਵਾਸਤੇ ਸੂਟੇਬਲ ਪ੍ਰਮਾਣ ਹੋਵੇ, ਜਾਂ ਕਈ ਕਹਿੰਦੇ ਹਨ ਜੀ ਜਨਮ ਦਿਨ ਨਾਲ ਸੰਬੰਧਿਤ, ਕੋਈ ਕਹਿੰਦੇ ਜੀ ਨਵੇਂ ਮਕਾਨ ਦੇ ਬਾਰੇ, ਝੱਠ ਬਾਰੇ ਕੋਈ ਤੁਸੀਂ ਗੁਰਬਾਣੀ ਚੋਂ ਪੰਕਤੀ ਲੱਭ ਕੇ ਦਿਓ। ਇੱਕ ਬੰਦੇ ਕਹਿਣ ਲੱਗੇ ਜੀ ਕਿ এনवायरमेंट ਬਾਰੇ ਵੀ ਕੋਈ ਪੰਕਤੀਆਂ ਲੱਭੋ ਜੀ ਗੁਰਬਾਣੀ ਵਿੱਚੋਂ ਜਿਹਦੇ ਵਿੱਚ ਲਿਖਿਆ ਹੋਵੇ ਕਿ ਬਈ ਪਾਣੀ ਦੀ ਕੰਜ਼ਰਵੇਸ਼ਨ ਕਰਨੀ ਚਾਹੀਦੀ ਹੈ ਤੇ ਫਲ ਪੌਦੇ ਜਿਹੜੇ ਹਨ ਉਹਨਾਂ ਦੀ ਖੇਤੀ ਕਰਨੀ ਚਾਹੀਦੀ ਹੈ। तो इस तरीके ਦੇ ਲੋਕੀ ਸਮਝਦੇ ਹਨ ਕਿ ਬਈ ਇਹ ਵਾਲੇ ਜੋ ਜਿਨ੍ਹਾਂ ਦੇ ਅੰਦਰ ਲਫ਼ਜ਼ ਆਉਂਦੇ ਹਨ ਉਹ ਗੁਰੂ ਸਾਹਿਬ ਨੇ ਉਚੇਚੇ ਤੌਰ ਤੇ ਸ਼ਾਇਦ ਇਹ ਬਾਣੀ ਦੀ ਰਚਨਾ ਹੀ ਇਹਨਾਂ ਕੰਮਾਂ ਵਾਸਤੇ ਕੀਤੀ ਹੈ ਕਿ ਬਈ ਜਿਹੜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਮਾਜਿਕ ਫੰਕਸ਼ਨ ਕਰਨੇ ਚਾਹੁੰਦੇ ਹਾਂ ਜਾਂ ਕੋਈ ਦੁਨਿਆਵੀ ਗੱਲਾਂ ਨੂੰ ਅਸੀਂ ਜਿਹੜੇ ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ। ਪਰ ਗੁਰੂ ਸਾਹਿਬ ਦਾ ਬਾਣੀ ਰਚਨ ਦਾ ਮਕਸਦ ਕਦੀ ਵੀ ਇਹ ਨਹੀਂ ਹੋਇਆ। ਈਵਨ ਜਿਨ੍ਹਾਂ ਨੂੰ ਅਸੀਂ ਵਿਆਹ ਦੇ ਜਾਂ ਵਕਤ ਦੇ ਖੁਸ਼ੀ ਦੇ ਮੌਕੇ ਦੇ ਸ਼ਬਦ ਮੰਨਦੇ ਹਾਂ ਉਹਨਾਂ ਦੇ ਅੰਦਰ ਵੀ ਜੋ ਸੁਨੇਹਾ ਹੈ ਉਹ ਕੇਵਲ ਤੇ ਕੇਵਲ ਜੀਵ ਆਤਮਾ ਤੇ ਪਰਮਾਤਮਾ ਦੇ ਮਿਲਾਪ ਦਾ ਹੀ ਹੈ। ਸੂਹੀ ਰਾਗ ਦੇ ਅੰਦਰ ਜਿਹੜੇ ਲਾਵਾਂ ਵਾਲੇ ਸ਼ਬਦ ਅਸੀਂ ਪੜ੍ਹਦੇ ਹਾਂ ਉਹਨਾਂ ਜਿਨ੍ਹਾਂ ਦੇ ਅੰਦਰ ਲਫ਼ਜ਼ ਲਾਵਾਂ ਬਾਰ-ਬਾਰ ਆਉਂਦਾ ਹੈ, ਪਹਿਲੜੀ ਲਾਮ ਔਰ ਦੂਸਰੀ ਲਾਮ, ਹਾਲਾਂਕਿ ਉਸ ਸ਼ਬਦ ਦੇ ਉੱਪਰ ਸਿਰਲੇਖ ਲਾਵਾਂ ਨਹੀਂ ਹੈ ਪਰ ਹੁਣ ਉਹ ਪ੍ਰਚਲਿਤ ਹੋ ਗਿਆ। ਜਦੋਂ ਵੀ ਅਸੀਂ ਕਹਿੰਦੇ ਹਾਂ ਜੀ ਹਾਂ ਜੀ ਲਾਵਾਂ ਦਾ ਪਾਠ ਕਰੋ ਤੇ ਸਭ ਨੂੰ ਪਤਾ ਹੁੰਦਾ ਹੈ ਕਿ ਵੀ ਉਹ ਸੂਹੀ ਰਾਗ ਦਾ ਫਲਾਣਾ ਸ਼ਬਦ ਪੜ੍ਹਨਾ ਹੈ। तो ਅਸੀਂ ਲੋਕ ਸਿਰਫ ਲਫ਼ਜ਼ਾਂ ਦੇ ਮਗਰ ਜਾ ਕੇ ਇਹ ਸਮਝਣ ਲੱਗ ਪੈਂਦੇ ਹਾਂ ਕਿ ਬਈ ਗੁਰੂ ਸਾਹਿਬ ਨੇ ਖਾਸ ਮੌਕਿਆਂ ਵਾਸਤੇ ਇਹ ਸ਼ਬਦ ਉਚਾਰਨ ਕੀਤੇ ਹਨ। ਜਦ ਕਿ ਅਗਰ ਧਿਆਨ ਨਾਲ ਪੜ੍ਹਿਆ ਜਾਵੇ ਤੇ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਸ਼ਬਦ ਹੈ, ਜਿਹੜਾ ਹਰ ਕਿਸੇ ਸਾਡੇ ਦੁਨਿਆਵੀ ਖੁਸ਼ੀ ਦੇ ਸਮਾਰੋਹ ਤੇ ਗਾਇਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਜੇ ਅਸਲ ਵਿੱਚ ਉਸ ਸ਼ਬਦ ਦੇ ਅਰਥ ਸਮਝੇ ਜਾਣ, ਉਹਦੀ ਜੋ ਰਾਉ ਦੀ ਪੰਕਤੀ ਹੈ ਉਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਉਹ ਕਹਿੰਦੀ ਹੈ ਕਿ ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਤੰਗ ਹੈ, ਸਭ ਮਿਥਿਆ ਮੋਹ ਮਾਏ। ਫਿਰ ਉਹਦੇ ਅੰਦਰ ਇਹੀ ਗੱਲ ਕੀਤੀ ਗਈ ਹੈ ਕਿ ਇੱਕ ਪ੍ਰਭੂ ਦੀ ਯਾਦ ਤੋਂ ਬਿਨਾਂ ਹੋਰ ਸਾਰੇ ਦੁਨਿਆਵੀ ਕੰਮ ਜਿਹੜੇ ਹਨ ਉਹ ਸਿਰਫ ਨਿਰੋਲ ਧੰਦੇ ਹੀ ਹਨ, ਪ੍ਰਭੂ ਤੋਂ ਵਿਛੋੜਨ ਵਾਲੇ ਹਨ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜਦੋਂ ਅੱਗੇ ਤੀਸਰੇ ਪਦੇ ਵਿੱਚ ਆਉਂਦਾ ਹੈ ਤਾਂ ਉਹ ਵੀ ਉੱਥੇ ਵੀ ਕੰਡੀਸ਼ਨ ਹੈ ਕਿ ਜੇ ਸਤਿਗੁਰ ਨਜ਼ਰ ਕਰੇ ਤੇ ਅੱਗੇ ਜੇ ਨਜ਼ਰ ਕਰੇ ਤੇ ਫਿਰ ਹੋਏਗਾ ਕਿ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ। ਉੱਥੇ ਵੀ ਗੱਲ ਨਾਮ ਦੇ ਨਾਲ ਜੁੜਨ ਦੀ ਕੀਤੀ ਗਈ ਹੈ। तो मेरी शब्दावली ਦੇ ਮਗਰ ਜਾ ਕੇ ਤੇ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਵੀ ਇਹ ਕਿਸੇ ਖਾਸ ਮੌਕੇ ਵਾਸਤੇ ਸ਼ਬਦ ਉਚਾਰਨ ਕੀਤੇ ਗਏ। ਤਾਂ ਇੱਥੇ ਹੁਣ ਜੇ ਅਗਰ ਬਨ ਫੂਲੇ ਮੰਝ ਬਾਰ ਤੇ ਚੇਤ ਬਸੰਤ ਭਲਾ ਦੀ ਗੱਲ ਆਈ ਹੈ ਤਾਂ ਇਹਦਾ ਇਹ ਮਤਲਬ ਨਹੀਂ ਹੈ ਕਿ ਇਹ ਸ਼ੰਤ ਜਿਹੜਾ ਹੈ ਗੁਰੂ ਸਾਹਿਬ ਨੇ ਸਿਰਫ ਚੇਤਰ ਦੇ ਮਹੀਨੇ ਵਾਸਤੇ ਹੀ ਪੜ੍ਹਨ ਵਾਸਤੇ ਉਚਾਰਨ ਕੀਤਾ ਹੈ। ਜਿਵੇਂ ਅਸੀਂ 12ਵਾਂ ਮਾਝ ਦੀ ਬਾਣੀ ਜਿਹੜੀ ਹੈ ਉਹਦੇ ਵਿੱਚੋਂ ਜਿਹੜਾ ਚੇਤ ਮਹੀਨੇ ਦਾ ਸ਼ਬਦ ਹੈ ਉਹਨੂੰ ਖਾਲੀ ਸੰਗਰਾਂਦ ਵਾਲੇ ਦਿਨ ਹੀ ਪੜ੍ਹਦੇ ਹਾਂ ਤੇ ਬਾਕੀ ਦਿਨ ਕਿਸੇ ਨੂੰ ਪੜ੍ਹਨ ਦਾ ਧਿਆਨ ਨਹੀਂ ਆਉਂਦਾ। ਤੇ ਫਿਰ ਜੇ ਕੋਈ ਬਾਈ ਚਾਂਸ ਸਪੋਜ਼ ਕਰੋ ਕਿ ਚੇਤ ਦੇ ਮਹੀਨੇ ਦੀ ਸੰਗਰਾਂਦ ਹੋਵੇ ਤੇ ਉਹ ਕਿਤੇ ਸ਼ਬਦ ਪੜ੍ਹ ਦੇਵੇ ਵਿਸਾਖ ਦਾ ਤੇ ਸਾਰੇ ਕਹਿਣਗੇ ਵੀ ਕਿਹੋ ਜਿਹਾ ਮੂਰਖ ਆਦਮੀ ਹੈ, ਇਹਨੂੰ ਪਤਾ ਨਹੀਂ ਵੀ ਚੇਤ ਦੇ ਸੰਗਰਾਂਦ ਦੇ ਚੇਤ ਵਾਲਾ ਸ਼ਬਦ ਪੜ੍ਹਨਾ ਸੀ। ਉਹ ਸੋਚਣ ਵਾਲੀ ਗੱਲ ਇਹ ਹੈ ਕਿ ਉਪਦੇਸ਼ ਤਾਂ ਸਾਰੇ 12 ਮਹੀਨਿਆਂ ਵਿੱਚ ਇੱਕੋ ਹੀ ਹੈ, ਪਰ ਸਾਡੇ ਮਨਾਂ ਦੇ ਵਿੱਚ ਹੁਣ ਗੱਲ ਬੈਠੀ ਹੋਈ ਹੈ ਕਿ ਚੇਤ ਦੀ ਸੰਗਰਾਂਦ ਹੋਵੇ ਤੇ ਚੇਤ ਦਾ ਸ਼ਬਦ ਹੀ ਪੜ੍ਹਨਾ। ਹੋਰ ਦੂਜਾ ਭਾਈ ਅਗਰ ਜੇ ਬਾਈ ਚਾਂਸ ਕੋਈ ਰਾਗੀ ਸਿੰਘ ਅਗਰ ਸਾਵਨ ਸਰਸਮਨਾ ਦਾ ਸ਼ਬਦ ਪੜ੍ਹ ਦੇਵੇ ਚੇਤ ਦੀ ਸੰਗਰਾਂਦ ਵਾਲੇ ਦਿਨ ਤੇ ਮੇਰਾ ਨਹੀਂ ਖਿਆਲ ਕਿ ਉਹਨੂੰ ਕੋਈ ਵੀ ਸੰਗਤ ਵਿੱਚੋਂ ਬਖਸ਼ੇਗਾ ਵੀ ਤੁਸੀਂ ਭਾਈ ਸਾਹਿਬ ਕੀਤਾ ਕੀ ਹੈ। खैर शब्द की विचार वाल वापस आइए। चेत बसंत भला पवर सुहावड़े, बन फूले मंझ बार मैं फिर घर बावड़ा। मेरे मन का कमल भी, मेरे मन के अंदर भी, हृदय रूपी घर के अंदर भी फुल खिड़ जान, मेरा हृदय भी खिड़ जाए अगर जे मेरे हृदय रूपी घर दे विच मेरा पति परमेश्वर बौड़ी करे आ जाए, मेरे हृदय टिक जाए। तो जिवें चेत के महीने में जो बसंत रुत है फुੱਲ ਖਿੜੇ ਹੋਏ ਹੁੰਦੇ ਹਨ, ਫੁੱਲਾਂ ਦੇ ਉੱਤੇ ਭੰਵਰੇ ਗੁੰਜਾਰ ਪਾਉਂਦੇ ਹਨ, ਉਹਨਾਂ ਦਾ ਰਸ ਮਾਣਦੇ ਹਨ, ਸੋਹਣੇ ਲੱਗਦੇ ਹਨ। ਅਤੇ ਜਿਵੇਂ ਜੰਗਲ ਦੇ ਵਿੱਚ ਔਰ ਬਾਹਰ ਦੇ ਇਲਾਕੇ ਦੇ ਵਿੱਚ ਫੁੱਲ ਖਿੜੇ ਹੋਏ ਹੁੰਦੇ ਸੋਹਣੇ ਲੱਗਦੇ ਹਨ, ਤਿਵੇਂ ਹੀ ਮੇਰਾ ਮਨ ਵੀ ਸੋਹਣਾ ਖਿੜ ਜਾਵੇ ਜੇ ਮੇਰਾ ਪਿਆਰਾ ਪਤੀ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਟਿਕ ਜਾਵੇ। ਮੈਂ ਫਿਰ ਘਰ ਬਾਹੁੜਾ ਹੈ, ਇੱਥੇ ਫਿਰ ਪ੍ਰਭੂ ਪਰਮਾਤਮਾ ਵਾਸਤੇ ਹੈ, ਘਰ ਹਿਰਦੇ ਵਾਸਤੇ ਹੈ। ਇਹਨੂੰ ਕਿਸੇ ਦੁਨਿਆਵੀ ਪਤੀ ਤੇ ਦੁਨਿਆਵੀ ਘਰ ਦੇ ਨਾਲ ਜੋੜਨ ਦਾ ਕੋਈ ਤਰੀਕਾ ਨਹੀਂ ਹੈ, ਕੋਈ ਇਹਦਾ ਲਾਭ ਨਹੀਂ ਹੋਏਗਾ। ਅਗਰ ਜੇ ਕੋਈ ਇਹਨੂੰ ਇਹ ਸੋਚੇ ਕਿ ਵੀ ਇਹ ਤਾਂ ਸਿਰਫ
ਇਸਤਰੀਆਂ ਦੇ ਪੜਨ ਵਾਸਤੇ ਹੈ ਕਿ ਉਹ ਇਸਤਰੀ ਜਿਹਦਾ ਪਤੀ ਘਰੋਂ ਬਾਹਰ ਗਿਆ ਹੋਇਆ ਹੈ ਉਹ ਘਰ ਆ ਜਾਵੇ ਤੇ ਉਹ ਅਰਥ ਤੇ ਅਨਰਥ ਕਰਨ ਵਾਲੀ ਗੱਲ ਹੋਏਗੀ। ਇਹ ਹਰ ਜੀਵ ਆਤਮਾ, ਹਰ ਜੀਵ ਇਸਤਰੀ ਦੇ ਹਿਰਦੇ ਰੂਪੀ ਘਰ ਦੇ ਵਿੱਚ ਪਤੀ ਪਰਮੇਸ਼ਰ ਦੇ ਜੋ ਪਰਮੇਸ਼ਰ ਹੈ, ਜੋ ਪਤੀ ਰੂਪ ਹੈ ਸਾਡੀ ਜੀਵਾਤਮਾਵਾਂ ਦਾ, ਉਹਦੇ ਹਿਰਦੇ ਰੂਪੀ ਘਰ ਵਿੱਚ ਆਉਣ ਦੀ ਗੱਲ ਹੋ ਰਹੀ ਹੈ। ਤੇ ਜਿਹਦੇ ਹਿਰਦੇ ਰੂਪੀ ਘਰ ਵਿੱਚ ਪ੍ਰਭੂ ਦੀ ਯਾਦ ਨਹੀਂ ਟਿਕਦੀ, ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਨਹੀਂ ਹੈ, ਤਾਂ ਗੁਰੂ ਸਾਹਿਬ ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਫਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ। ਧਨ ਦਾ ਅਰਥ ਹੈ ਇਸਤਰੀ, ਫਿਰ ਪਤੀ, ਘਰ ਹਿਰਦੇ ਰੂਪੀ ਘਰ ਵਿੱਚ। तो जिसका पति ਹਿਰਦੇ ਰੂਪੀ ਘਰ ਦੇ ਵਿੱਚ, ਜਿਸ ਜੀਵ ਇਸਤਰੀ ਦਾ ਪ੍ਰਭੂ ਪਤੀ ਹਿਰਦੇ ਰੂਪੀ ਘਰ ਵਿੱਚ ਨਾ ਆਵੇ, ਫਿਰ ਘਰ ਨਹੀਂ ਆਵੇ, ਅਗਰ ਜੇ ਨਾ ਆਵੇ ਤਾਂ ਧਨ ਕਿਉਂ ਸੁਖ ਪਾਵੇ। ਉਹ ਇਸਤਰੀ, ਉਹ ਜੀਵ ਇਸਤਰੀ ਕਿਵੇਂ ਸੁਖ ਪਾ ਸਕਦੀ ਹੈ। ਕਿਉਂ ਦਾ ਭਾਵ ਹੈ ਕਿਵੇਂ। ਕਿਉਂ ਸੁਖ, ਕਿਉਂ ਦਾ ਮਤਲਬ ਵਾਈ ਨਹੀਂ ਹੈਗਾ ਬਲਕਿ ਹਾਉ ਹੈਗਾ। ਗੁਰਬਾਣੀ ਦੇ ਅੰਦਰ ਬਹੁਤਾਤ ਜਗ੍ਹਾ ਦੇ ਉੱਤੇ ਜਿੱਥੇ ਕਿਤੇ ਵੀ ਹੈ, ਬਹੁਤ ਥੋੜੀ ਜਗ੍ਹਾ ਤੇ ਕਿਉਂ ਲਫ਼ਜ਼ ਜਿਹੜਾ ਹੈ ਉਹ ਵਾਈ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਬਹੁਤੀ ਜਗ੍ਹਾ ਦੇ ਉੱਤੇ ਕਿਉਂ ਜਿਹੜਾ ਹੈ ਉਹ ਹਾਉ ਦੇ ਅਰਥਾਂ ਦੇ ਵਿੱਚ ਹੈ ਕਿ ਮੈਂ ਕਿਵੇਂ ਕਿਵੇਂ ਸੁਖ ਪਾਵੇ। ਉਹ ਭਾਵ ਉਹਦਾ ਜਦੋਂ ਵੀ ਇਸ ਤਰ੍ਹਾਂ ਦਾ ਸਵਾਲ ਕੀਤਾ ਜਾਂਦਾ ਵੀ ਕਿਵੇਂ ਸੁਖ ਪਾ ਸਕਦੀ ਹੈ, ਉਹਦਾ ਭਾਵ ਇਹ ਹੁੰਦਾ ਕਿ ਨਾ ਮੁਮਕਿਨ ਹੈ, ਇਹ ਮੁਮਕਿਨ ਨਹੀਂ ਹੈ। ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪਤੀ ਨਹੀਂ ਵਸਦਾ, ਉਹ ਜੀਵ ਇਸਤਰੀ ਕਿਵੇਂ ਸੁਖ ਪਾ ਸਕਦੀ ਹੈ, ਉਹਨੂੰ ਕਿਵੇਂ ਆਤਮਕ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਬਲਕਿ ਉਹਦਾ ਹਾਲ ਕੀ ਹੋਏਗਾ ਕਿ ਬਿਰਹ ਵਿਰੋਧ ਤਨ ਛੀਜੈ। ਉਹਦਾ ਤਾਂ ਬਿਰਹ ਦਾ ਮਤਲਬ ਵਿਛੋੜਾ ਤੇ ਵਿਰੋਧ ਦਾ ਅਰਥ ਹੈਗਾ ਉਹਦੇ ਵਿਛੋੜੇ ਦੇ ਅਵਸਥਾ ਦੇ ਅੰਦਰ, ਉਸ ਵਿਛੋੜੇ ਦੇ ਕਾਰਨ ਕਰਕੇ ਉਹਦਾ ਸਰੀਰ ਪ੍ਰਭੂ ਦੇ ਵਿਛੋੜੇ ਦੇ ਕਾਰਨ ਜੋ ਉਹਦਾ ਤਨ ਛਿਜ ਜਾਂਦਾ ਹੈ, ਕਮਜ਼ੋਰ ਪੈ ਜਾਂਦਾ ਹੈ ਤੇ ਸੁਖ ਦਾ ਉਹਦੇ ਘਰੇ ਹਿਰਦੇ 'ਚ ਆਉਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਬਿਰਹ ਵਿਰੋਧ ਤਨ ਛਿਜੈ। ਸੋ ਜਿਸ ਜੀਵ ਇਸਤਰੀ ਦਾ ਪ੍ਰਭੂ ਪਤੀ ਹਿਰਦੇ ਘਰ ਵਿੱਚ ਨਾ ਵਸੇ, ਉਸ ਜੀਵ ਇਸਤਰੀ ਨੂੰ ਆਤਮਕ ਆਨੰਦ ਆ ਹੀ ਨਹੀਂ ਸਕਦਾ। ਉਹਦਾ ਸਰੀਰ, ਉਹਦਾ ਹਿਰਦਾ ਪ੍ਰਭੂ ਦੇ ਵਿਛੋੜੇ ਦੇ ਕਾਰਨ ਵਿਕਾਰਾਂ ਦੇ ਹੱਲਿਆਂ ਦੇ ਨਾਲ ਕਮਜ਼ੋਰ ਹੋ ਜਾਂਦਾ ਹੈ। ਬਿਰਹ ਵਿਰੋਧ ਤਨ ਛਿਜੈ। ਪ੍ਰਭੂ ਦੀ ਯਾਦ ਤੋਂ ਵੀ ਹੋਣਾ ਜਿਹੜਾ ਹਿਰਦਾ ਹੈ, ਜਿਹੜਾ ਖਾਲੀ ਹੈ ਪ੍ਰਭੂ ਦੀ ਯਾਦ ਤੋਂ, ਉਹਦੇ ਵਿੱਚ ਵਿਕਾਰ ਆਪਣੀ ਥਾਂ ਲੱਭ ਲੈਂਦੇ ਹਨ। ਉਹਦੇ ਅੰਦਰ ਵਿਕਾਰ ਆ ਕੇ ਹਾਵੀ ਹੋ ਜਾਂਦੇ ਹਨ ਤੇ ਉਹ ਵਿਕਾਰਾਂ ਦੇ ਅਸਰ ਦੇ ਅਧੀਨ ਉਹ ਇਨਸਾਨੀ ਹਿਰਦਾ ਛਿਜ ਜਾਂਦਾ ਹੈ, ਕਮਜ਼ੋਰ ਪੈ ਜਾਂਦਾ ਹੈ, ਆਤਮਕ ਬਲ ਗੁਆ ਬੈਠਦਾ ਹੈ। ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਹਨ ਕਿ ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁੱਖ ਅੰਕ ਸਹੀਜੈ। ਪਰ ਇਸ ਬਸੰਤ ਦੀ ਰੁੱਤ ਦੇ ਅੰਦਰ ਅੰਬ ਦੇ ਬੂਟੇ ਦੇ ਉੱਤੇ, ਅੰਬ ਦੇ ਬੱਬੇ ਨੂੰ ਸਿਆਰੀ ਹੈ, ਅੰਬ ਦੇ ਉੱਤੇ, ਅੰਬ ਦੇ ਬੂਟੇ ਦੇ ਉੱਪਰ ਕੋਕਿਲ ਅੰਬ ਸੁਹਾਵੀ ਬੋਲੇ। ਅੰਬ ਦੇ ਬੂਟੇ ਦੇ ਉੱਤੇ, ਅੰਬ ਦੇ ਰੁੱਖ ਦੇ ਉੱਤੇ ਕੋਇਲ ਬੈਠ ਕੇ ਮਿੱਠੇ ਬੋਲ ਬੋਲਦੀ ਹੈ ਅਤੇ ਅੱਛੀ ਲੱਗਦੀ, ਸੁਹਾਵੀ ਲੱਗਦੀ ਹੈ, ਸੋਹਣੀ ਲੱਗਦੀ ਹੈ। ਕਿਉਂ ਦੁੱਖ ਅੰਕ ਸਹੀਜੈ। ਉਹ ਕਿਸ ਤਰੀਕੇ ਦੇ ਨਾਲ ਦੁੱਖ ਸਹਾਰ ਸਕਦੀ ਆ। ਉਹਨੂੰ ਤਾਂ ਕੋਈ ਇਹ ਵਾਲਾ ਦੁੱਖ ਸਹਾਰਿਆ ਨਹੀਂ ਜਾ ਸਕਦਾ ਜਿਹਦੇ ਮਨ ਦੇ ਵਿੱਚ ਪ੍ਰਭੂ ਦੀ ਯਾਦ ਹੋਵੇ। ਇਹ ਜਿਹੜਾ ਦੁੱਖ ਦੀ ਗੱਲ ਹੈ ਉਹ ਉਸ ਜੀਵ ਇਸਤਰੀ ਵਾਸਤੇ ਕੀਤੀ ਗਈ ਹੈ ਜਿਹਦੇ ਘਰ ਦੇ ਵਿੱਚ ਅਜੇ ਪ੍ਰਭੂ ਦਾ ਨਿਵਾਸ ਨਹੀਂ ਹੋਇਆ। ਫਿਰ ਘਰ ਨਹੀਂ ਆਵੇ ਦੀ ਕੰਟੀਨਿਊਏਸ਼ਨ ਦੇ ਵਿੱਚ ਇਹ ਗੱਲ ਆਈ ਹੈ ਕਿ ਜਿਹੜੀ ਇਸਤਰੀ ਪਰਮਾਤਮਾ ਦੇ ਤੋਂ ਵਿਛੜੀ ਹੋਈ ਹੈ, ਉਹਨੂੰ ਫਿਰ ਇਹ ਕੋਇਲ ਦਾ ਜੋ ਸੋਹਣੇ ਬੋਲ ਬੋਲੇ ਹੋਏ ਹਨ ਜਿਹੜੇ ਹਨ ਉਹ ਵੀ ਦੁਖਦਾਈ ਲੱਗਦੇ ਹਨ। ਤਾਂ ਉਹਨੂੰ ਇਹ ਕੋਇਲ ਦੇ ਬੋਲੇ ਹੋਏ ਸੋਹਣੀ ਕੂਕੂ ਜਿਹੜੀ ਹੈ ਉਹ ਵੀ ਉਹਦੇ ਹਿਰਦੇ ਨੂੰ ਦੁੱਖ ਪਹੁੰਚਾਉਂਦੀ ਹੈ। ਉਹਦੇ ਕੋਲੋਂ ਇਹ ਦੁੱਖ ਸਹਾਰਿਆ ਨਹੀਂ ਜਾਂਦਾ। ਕਿਉਂ ਦੁੱਖ ਅੰਕ ਸਹੀਜੈ। ਉਹ ਆਪਣੇ ਹਿਰਦੇ ਦੇ ਵਿੱਚ ਇਹ ਦੁੱਖ ਸਹਾਰ ਨਹੀਂ ਸਕਦੀ ਕਿ ਜਦੋਂ ਕੋਇਲ ਬੋਲਦੀ ਹੈ ਇਸ ਬਸੰਤ ਦੀ ਰੁੱਤ ਦੇ ਅੰਦਰ, ਤਾਂ ਉਹਨੂੰ ਇਹ ਅਹਿਸਾਸ ਹੀ ਹੁੰਦਾ ਹੈ ਕਿ ਬਾਕੀ ਜੀਵ ਇਸਤਰੀਆਂ ਤਾਂ ਸਭ ਆਪਣੇ ਪਤੀ ਦੇ ਮਿਲਾਪ ਦਾ ਆਨੰਦ ਮਾਣ ਰਹੀਆਂ ਹਨ ਤੇ ਮੈਂ ਦੁਹਾਗਨ ਜਿਹੜੀ ਹਾਂ ਪਤੀ ਦੇ ਵਿਛੋੜੇ ਦੇ ਵਿੱਚ ਬੈਠੀ ਹਾਂ। ਤੇ ਉਹਨੂੰ ਜਿਹੜੀ ਕੋਇਲ ਦੀ ਬੋਲੀ ਹੋਈ ਜਿਹੜੀ ਕੂ ਦੀ ਆਵਾਜ਼ ਹੈ ਉਹ ਵੀ ਉਹਦੇ ਵਾਸਤੇ ਦੁਖਦਾਈ ਹੋ ਜਾਂਦੀ ਹੈ। ਸੋ ਜਿਵੇਂ ਕਹਿੰਦੇ ਹਨ ਕਿ ਭਈ ਜਦੋਂ ਸੁਹਾਵਣਾ ਮੌਸਮ ਹੋਵੇ ਤਾਂ ਜਿਹੜੇ
ਮਿਲਾਪ ਦਾ ਆਨੰਦ ਮਾਣ ਰਹੇ ਹੁੰਦੇ ਹਨ, ਉਹਨਾਂ ਨੂੰ ਉਹ ਮੌਸਮ, ਉਹ ਮਾਹੌਲ ਸਾਰਾ ਚੰਗਾ ਲੱਗਦਾ ਹੈ। ਪਰ ਜਿਹੜੀ ਇਸਤਰੀ ਵਿਛੋੜੇ ਦੇ ਵਿੱਚ ਤੜਪ ਰਹੀ ਹੋਵੇ, ਉਹਨੂੰ ਨਾ ਚੰਨ ਦੀ ਚਾਨਣੀ ਚੰਗੀ ਲੱਗਦੀ ਹੈ, ਨਾ ਫੁੱਲਾਂ ਦੀ ਖਿੜੀ ਹੋਈ ਮਹਿਕ, ਨਾ ਕੋਇਲ ਦੀ ਆਵਾਜ਼ ਤੇ ਨਾ ਭੌਰਿਆਂ ਦੀ ਗੁੰਜਾਰ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਸੋ ਇਹ ਸਾਰੀਆਂ ਚੀਜ਼ਾਂ ਸਗੋਂ ਉਹਦੇ ਵਿਛੋੜੇ ਦੇ ਦੁੱਖ ਨੂੰ ਹੋਰ ਜ਼ਿਆਦਾ ਰੀਇਨਫੋਰਸ ਕਰਦੀਆਂ ਹਨ। ਉਸ ਚੀਜ਼ ਦਾ ਬਿਆਨ ਇਸ ਪੰਕਤੀ 'ਚ ਗੁਰੂ ਸਾਹਿਬ ਕਰ ਰਹੇ ਹਨ ਕਿ ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁੱਖ ਅੰਕ ਸਹੀਜੈ। ਉਹ ਜੀਵ ਇਸਤਰੀ ਫਿਰ ਕਿਸ ਤਰੀਕੇ ਨਾਲ ਇਹ ਦੁੱਖ ਨੂੰ ਸਹਾਰ ਸਕਦੀ ਹੈ? ਉਹਨੂੰ ਤਾਂ ਇਹ ਕੋਇਲ ਦਾ ਬੋਲਿਆ ਹੋਇਆ ਵੀ ਜਿਹੜਾ ਸੋਹਣਾ ਬੋਲ ਹੈ, ਉਹ ਵੀ ਉਹਨੂੰ ਦੁਖਦਾਈ ਲੱਗਦਾ ਹੈ। ਪਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾਂ ਮਰ ਮਾਏ। ਹੁਣ ਬਸੰਤ ਰੁੱਤ ਦੇ ਅੰਦਰ ਭੰਵਰੇ ਜਿਹੜੇ ਹਨ ਫੁੱਲਾਂ ਦੇ ਉੱਤੇ, ਡਾਲੀਆਂ ਦੇ ਉੱਤੇ ਘੁੰਮਦੇ ਫਿਰਦੇ ਹਨ, ਆਪਣਾ ਰਸ, ਉਹਨਾਂ ਦਾ ਫੁੱਲਾਂ ਦਾ ਰਸ ਮਾਣਦੇ ਹਨ। ਤੇ ਪਰ ਕੁਦਰਤ ਦਾ ਇਹ ਬਹਾਰ ਦੇਖ ਕੇ ਤੇ ਭੌਰੇ ਦਾ ਇਹ ਫੁੱਲਾਂ ਦੇ ਨਾਲ ਪਿਆਰ ਦੇਖ ਕੇ, ਉਹ ਜਿਹੜੀ ਯੋਗਨ ਹੈ, ਜਿਹਦੇ ਹਿਰਦੇ 'ਚ ਪ੍ਰਭੂ ਪਰਮਾਤਮਾ ਨਹੀਂ ਵਸਦਾ ਹੈ, ਉਹਨੂੰ ਇਹ ਸਭ ਕੁਝ ਦੇਖ ਕੇ ਵੀ ਮਾਨੋ ਇਉਂ ਲੱਗਦਾ ਹੈ ਕਿ ਜਿਵੇਂ ਉਹਦੇ ਵਾਸਤੇ ਤਾਂ ਸਾਰਾ ਹੀ ਦੁਖਦਾਈ ਮਾਹੌਲ ਹੈ। ਤਾਂ ਉਹਨੂੰ ਇਹ ਵਿਛੋੜਾ ਤੇ ਇਉਂ ਲੱਗਦਾ ਹੈ ਕਿ ਵੀ ਐਸੇ ਵਿਛੋੜੇ ਵਿੱਚ ਜੀਣ ਨਾਲੋਂ ਤਾਂ ਮੈਂ ਮਰ ਹੀ ਕਿਉਂ ਨਾ ਜਾਵਾਂ, ਕਿਉਂ ਜੀਵਾਂ ਮਰ ਮਾਏ। ਹੈ ਮੇਰੀ ਮਾਂ, ਮੈਂ ਕਿਵੇਂ ਜੀਵਾਂ, ਕਿਉਂ ਜੀਵਾਂ, ਕਿਵੇਂ ਜੀਵਾਂ ਮਰ ਮਾਏ, ਮੈਂ ਮਰ ਕਿਉਂ ਨਾ ਜਾਵਾਂ। ਭਵਰ ਭਵੰਤਾ ਫੁੱਲੀ ਡਾਲੀ, तो सारे ही कुदरत के अंदर बहार है, फुल खिड़े हुए हैं, कोयल मिठे बोल रही है, भंवरा फुलों ते डालियां दे उत्ते चक्कर लगा के अपनी गुंजार पा रहा है, रस मान रहा है। ते मैं जिहड़ी प्रभु तो विछड़ी हुई हाँ, मैं किवें अपना ये जीवन विछोड़े दा जीवन जीवां, इहदे नाल मैं मर क्यों ना जावां। ऐसे दुखदाई जिहड़े उहदे मन दे अंदर विचार आंदे हन। तो जिहड़ा बहार दा मौसम है, बसंत दा मौसम है, ਉਹ ਐਸੀ ਵਿਯੋਗ ਦੇ ਵਿੱਚ, ਬਿਰਹ ਦੇ ਵਿੱਚ ਬੈਠੀ ਹੋਈ ਇਸਤਰੀ ਨੂੰ ਸਗੋਂ ਦੁਖਦਾਈ ਲੱਗਦਾ ਹੈ। तो ये सारा दुखदाई माहौल पलट के सुख वाला हो सकता है। वो आखिरी पंक्ति गुरु साहब ने बयान कर दिता है, नानक चेत सहज सुख पावे, जे हर वर घर तन पाए। हे नानक, ये चेत के महीने के अंदर, बसंत के मौसम के अंदर जीव इस्त्री अडोलता की अवस्था के विच सुख प्राप्त कर सकती है। कंडीशन इक्को ही है, जे हर वार घर तन पाए, जे ਉਹਦੇ ਹਿਰਦੇ ਰੂਪੀ ਘਰ ਦੇ ਅੰਦਰ ਪ੍ਰਭੂ ਪਤੀ ਉਹਨੂੰ ਪ੍ਰਾਪਤ ਹੋ ਜਾਵੇ, ਮਿਲ ਜਾਵੇ, ਉਹਦੇ ਹਿਰਦੇ 'ਚ ਪ੍ਰਭੂ ਪਤੀ ਦੀ ਯਾਦ ਟਿਕ ਜਾਵੇ, ਵਸ ਜਾਵੇ। तो तत्सार इस छंत ਦਾ ਇਹੀ ਹੈ ਕਿ मौसम सुहावना है, बहार खिड़ी हुई है, फुल खिड़े हुए हैं, भंवरे गुंजार पा रहे हैं, कोयल कूक रही है। इन्ने सब कुछ होने के बावजूद भी जिस हिरदे दे विच प्रभु की याद नहीं है, जिहड़ी प्रभु तो विछड़ी हुई जीव आत्मा है, वो दुखी महसूस करती है। पर यह दुख की अवस्था पलट के आत्मक अडोलता की अवस्था, सुख की अवस्था बन सकती है, जे हर वर घर तन पाए, जे हिरदे रूपी घर के अंदर वो प्रभु की याद बस जाए, तो आत्मक आनंद की प्राप्ति हो सकती है। अगले छंद के अंदर हुण विसाख महीने की गल आती है। सो पहला विसाख वाले छंद का पाठ करते हैं। वैसाख भला शाखा वेस करे, धन देखै हर द्वार, आवो दया करे, पर आओ प्यारे दुत्तर तारे, तुद बिन अड न मुलो, कीमत कौन करे तुद पावा, देख दिखावै ढोलो, दूर न जाना अंतर माना, हर का महल पछाना, नानक वैसाखी प्रभ पावै, सुरत शब्द मन माना। वैसाख भला, चेत का महीना भी भला सी, वैसाख का भी भला ही है। गुरु साहब विसाख नूं भी भला ही कह रहे हैं। और इस महीने के अंदर जो कुदरत का माहौल हुंदा है, उन्होंने डिस्क्राइब करदे होया कहते हैं कि विसाख का महीना चंगा लगता है। रुखां दीयां टाहणियां सजियां हुंदियां हन, कूले कूले पत्ते उन्हां 'च खिड़े होए हुंदे हन। इउं लगदा है जिवें पेड़ पौधे दीयां शाखावां डालियां जिहड़ियां ने शिंगारियां होईयां हन, जिवें किसी इस्त्री ने अपने हार शिंगार कीता हुंदा है, तिवें ही फल फुल्लां वाले पेड़ पौधे जिन्ने हन
ਉਹ ਵੀ ਇੰਝ ਸ਼ਿੰਗਾਰੇ ਹੋਏ ਭਰੇ ਭਰਾਏ ਲੱਗਦੇ ਹਨ। ਕਿਉਂਕਿ ਵਿਸਾਖ ਦੇ ਮਹੀਨੇ 'ਚ ਵੀ ਅਜੇ ਪਤਝੜ ਦੀ ਸ਼ੁਰੂਆਤ ਨਹੀਂ ਹੋਈ ਹੁੰਦੀ ਤੇ ਫਲ ਫੁੱਲ ਪੌਦੇ ਜਿਹੜੇ ਹਨ ਅਜੇ ਵੀ ਉਹਨਾਂ ਦੇ ਉੱਤੇ ਖਿੜਾਓ ਜਿਹੜਾ ਹੈ ਉਹ ਕਾਇਮ ਹੁੰਦਾ ਹੈ। ਉਹ ਵਿਸਾਖ ਦਾ ਹੀ ਇਹ ਜੋ ਕੁਦਰਤ ਦਾ ਜੋ ਮਾਹੌਲ ਹੈ ਉਸ ਨੂੰ ਕਿਸੇ ਇੱਕ ਨੌਜਵਾਨ ਮੁਟਿਆਰ ਦੇ ਕੀਤੇ ਹੋਏ ਸ਼ਿੰਗਾਰ ਦੇ ਨਾਲ ਗੁਰੂ ਸਾਹਿਬ ਕੰਪੇਅਰ ਕਰ ਰਹੇ ਹਨ। ਵਿਸਾਖ ਭਲਾ ਸ਼ਾਖਾ ਵੇਸ ਕਰੇ। ਕਈ ਸੱਜਣਾ ਨੇ ਇਸ ਸ਼ਾਖਾ ਵੇਸ ਕਰੇ ਵਾਲੀ ਸ਼ਬਦਾਵਲੀ ਨੂੰ ਲੈ ਕੇ ਤੇ ਇੱਥੋਂ ਹੀ ਗੱਲ ਕੀਤੀ ਹੈ ਕਿ ਵਿਸਾਖ ਮਹੀਨੇ ਦਾ ਨਾਮ ਹੀ ਇੱਥੋਂ ਬਣਿਆ ਹੈ ਕਿ ਵੇਸ ਤੇ ਸਾਖਾ, ਵੇਸਾਖਾ, ਵਿਸਾਖ। ਇਸ ਤਰੀਕੇ ਦਾ ਵੀ ਕਈਆਂ ਨੇ ਇਹਦੇ ਵਿੱਚੋਂ ਅਨਵੈ ਕਰਕੇ ਇਹਦੇ ਅਰਥ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਖਾ ਵੇਸ ਦਾ ਭਾਵ ਇਹੀ ਹੈ ਕਿ ਵਿਸਾਖ ਮਹੀਨਾ ਜਿਹਦੇ ਵਿੱਚ ਸ਼ਾਖਾਵਾਂ ਵੇਸ ਕਰਦੀਆਂ ਹਨ, ਸ਼ਿੰਗਾਰ ਕਰਦੀਆਂ ਹਨ। ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿ ਰਹੇ ਹਨ, ਧਨ ਦੇਖੈ ਹਰ ਦੁਆਰ ਆਓ ਦਇਆ ਕਰੇ। ਜੀਵ ਇਸਤਰੀ ਪ੍ਰਭੂ ਦਾ ਰਾਹ ਦੇਖਦੀ ਹੈ। ਦੁਆਰ ਦਾ ਅਰਥ ਹੈ ਦੁਆਰ ਤੇ, ਦਰਵਾਜ਼ੇ ਤੇ ਖੜੋ ਕੇ। ਧਨ ਇਸਤਰੀ ਦੇਖੈ, ਉਡੀਕ ਕਰਦੀ ਹੈ, ਦੇਖਦੀ ਹੈ ਪ੍ਰਭੂ ਮੇਰਾ ਪ੍ਰਭੂ ਦੇ ਨਾਲ ਮਿਲਾਪ ਹੋਵੇ। ਤੋ ਇੱਥੇ ਵੀ ਤਕਰੀਬਨ ਉਹੀ ਇਮੋਸ਼ਨ ਜਿਹੜਾ ਹੈ ਪਿਛਲੇ ਜੋ ਛੰਤ ਵਿੱਚ ਸੀਗਾ ਉਸੇ ਨੂੰ ਹੀ ਦੁਬਾਰਾ ਡਿਸਕ੍ਰਾਈਬ ਕਰ ਰਹੇ ਹਨ ਕਿ ਜਿਸ ਜੀਵ ਇਸਤਰੀ ਨੂੰ ਪਤੀ ਪਰਮਾਤਮਾ ਦੀ ਉਡੀਕ ਹੈ, ਉਹਨੂੰ ਉਹਦੇ ਮਨ ਵਿੱਚ ਇਹੀ ਭਾਵਨਾ ਹੈ ਕਿ ਪਤੀ ਦਾ ਮਿਲਾਪ ਹੋਵੇ ਤਾਂ ਹੀ ਇਹ ਸੋਹਣਾ ਮਾਹੌਲ ਜਿਹੜਾ ਹੈ ਸੁਖਦਾਈ ਹੋ ਸਕਦਾ ਹੈ। ਤੇ ਜੇ ਨਾ ਮਿਲੇ ਤਾਂ ਕੋਈ ਇਸ ਸੋਹਣੇ ਮਾਹੌਲ ਦੀ ਕੋਈ ਵੈਲਿਊ ਨਹੀਂ ਹੈ, ਬਲਕਿ ਇਹ ਸਗੋਂ ਦੁਖਦਾਈ ਹੋ ਜਾਏਗਾ। ਤੋ ਇੱਥੇ ਵੀ ਜੀਵ ਇਸਤਰੀ ਦੀ ਪ੍ਰਭੂ ਦੇ ਮਿਲਾਪ ਵਾਸਤੇ ਉਡੀਕ ਦੀ ਗੱਲ ਕਰਦੇ ਆ ਗੁਰੂ ਸਾਹਿਬ ਕਹਿੰਦੇ ਹਨ ਕਿ ਧਨ ਦੇਖੈ, ਦੇਖੈ ਦਾ ਭਾਵ ਹੈ ਉਡੀਕ ਵਿੱਚ ਦੇਖਣਾ, ਉਡੀਕਣਾ। ਹਰ ਦੁਆਰ ਹਰੀ ਦੀ ਉਡੀਕ ਕਰਦੀ ਹੈ, ਹਰੀ ਵਾਲੇ ਪਾਸੇ ਹਰੀ ਦੇ ਮਿਲਾਪ ਤੇ ਤਾਂਘ ਨਾਲ ਦੇਖਦੀ ਹੈ। ਦੁਆਰ ਲਾਰੇ ਨੂੰ ਸਿਆਰੀ ਹੈ, ਦੁਆਰ ਤੇ ਦਰਵਾਜ਼ੇ ਤੇ ਖੜ ਕੇ। ਆਮ ਤੌਰ ਤੇ ਕੀ ਹੁੰਦਾ ਹੈ ਪੁਰਾਣੇ ਜ਼ਮਾਨੇ ਵਿੱਚ, ਜਿਵੇਂ ਜਦੋਂ ਮੋਬਾਈਲ ਨਹੀਂ ਸਨ, ਕੋਈ ਹੋਰ ਕਮਿਊਨੀਕੇਸ਼ਨ ਦੇ ਤਰੀਕੇ ਨਹੀਂ ਸਨ, ਤਾਂ ਜਿਨ੍ਹਾਂ ਨੂੰ ਕਿਸੇ ਵੀ ਪ੍ਰਾਹੁਣੇ ਦੀ ਜਾਂ ਕਿਸੇ ਘਰ ਦੇ ਮੈਂਬਰ ਦੇ ਆਉਣ ਦੀ ਉਡੀਕ ਹੁੰਦੀ ਸੀ ਤੇ ਜਦੋਂ ਉਹਨਾਂ ਕੋਲੋਂ ਨਹੀਂ ਸੀ ਸਹਾਰਿਆ ਜਾਂਦਾ, ਬਹੁਤ ਹੀ ਜਿਹੜੀ ਦੇਰ ਹੋ ਜਾਂਦੀ ਸੀ, ਤਾਂ ਫਿਰ ਉਹ ਦਰਵਾਜ਼ੇ ਤੇ ਜਾ ਕੇ ਖੜੋ ਕੇ ਦੂਰ ਤੱਕ ਨਜ਼ਰਾਂ ਉੱਚੀਆਂ ਕਰ ਕਰਕੇ ਦੇਖਦੇ ਸੀ ਉਹ ਕਿਤੋਂ ਨਜ਼ਰ ਪੈ ਜਾਵੇ, ਕਿਤੋਂ ਇਸ਼ਾਰਾ ਮਿਲ ਜਾਵੇ ਕਿ ਵੀ ਉਹ ਆ ਰਹੇ ਹੈ। ਤੋ ਇਹ ਉਸੇ ਹੀ ਅਵਸਥਾ ਦਾ ਜੋ ਵਰਣਨ ਹੈ, ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ। ਤੋ ਫਿਰ ਉਹ ਮਨ ਦੇ ਅੰਦਰ ਹੀ ਦੁਆ ਕਰਦੀ ਹੈ, ਪ੍ਰਭੂ ਅੱਗੇ ਬੇਨਤੀ ਵੀ ਕਰਦੀ ਹੈ ਕਿ हे ਪ੍ਰਭੂ ਜੀ ਦਇਆ ਕਰੋ, ਮੇਰੇ ਤੇ ਮਿਹਰ ਕਰੋ, ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ ਜਾਓ। ਫਿਰ ਇਸੇ ਗੱਲ ਨੂੰ ਇਸੇ ਹੀ ਇਮੋਸ਼ਨ ਨੂੰ ਦੁਬਾਰਾ ਅਗਲੀ ਪੰਕਤੀ 'ਚ ਫਿਰ ਰਿਪੀਟ ਕੀਤਾ ਹੈ, ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ। हे ਮੇਰੇ ਪਿਆਰੇ ਪ੍ਰਭੂ ਜੀਓ, ਮੇਰੇ ਘਰ ਆਓ ਤੇ ਮੈਨੂੰ ਇਸ ਦੁੱਤਰ ਦਾ ਅਰਥ ਹੈ ਦੁਸ਼ਤਰ ਭਾਵ ਔਖਾ ਤਰਨਾ। ਇਹ ਸੰਸਾਰ ਸਾਗਰ ਨੂੰ, ਭਵਜਲ ਨੂੰ ਇਹ ਦੁੱਤਰ ਲਫ਼ਜ਼ ਦੇ ਨਾਲ ਗੁਰਬਾਣੀ 'ਚ ਅਨੇਕਾਂ ਵਾਰੀ ਡਿਸਕ੍ਰਾਈਬ ਕੀਤਾ ਗਿਆ ਹੈ। ਉੱਤਰ ਤੋਂ ਭਾਵ ਹੈ ਔਖਾ ਤਰਨ ਵਾਲਾ। ਔਖਾ ਤਰਨ ਵਾਲਾ ਕੀ? ਸੰਸਾਰ ਰੂਪੀ ਸਾਗਰ ਰੂਪੀ ਜਿਹੜਾ ਹੈ ਸੰਸਾਰ ਜਿਹੜਾ ਹੈ ਉਹਨੂੰ ਸਾਗਰ ਦੇ ਨਾਲ ਤੁਲਨਾ ਦਿੱਤੀ ਗਈ ਹੈ, ਜਿਹਦੇ ਵਿੱਚ ਮਾਇਆ ਦੇ ਵਿਕਾਰਾਂ ਦੀਆਂ ਛੱਲਾਂ ਜਿਹੜੀਆਂ ਹਨ ਲਹਿਰਾਂ ਉਹ ਇਨਸਾਨ ਨੂੰ ਪਰੇਸ਼ਾਨ ਕਰਦੀਆਂ ਹਨ। ਤੋ ਇਹ ਔਖਾ ਤਰਿਆ ਜਾਣ ਵਾਲਾ ਸਾਗਰ ਭਵਜਲ ਹੈ। ਇਹਦੇ ਤੋਂ ਮੈਨੂੰ ਤੁਸੀਂ ਤਾਰ ਕੇ ਬਾਹਰ ਕੱਢ ਲਓ, ਤੁਹਾਡੀ ਮਦਦ ਹੋਏ ਤਾਂ ਹੀ ਮੈਂ ਇਸ ਭਵਜਲ ਤੋਂ। ਹਾਂਜੀ ਕੀ ਗੱਲ ਆਵਾਜ਼ ਨਹੀਂ ਆ ਰਹੀ? ਬੱਚੇ ਠੀਕ ਆ, ਪਰਿਵਾਰ ਠੀਕ ਆ। ਘਰ ਆਓ ਪਿਆਰੇ ਪੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ। ਇਹ ਮੇਰੇ ਪਿਆਰੇ ਜੀ ਤੁਸੀਂ ਮੇਰੇ ਹਿਰਦੇ ਰੂਪੀ ਘਰ ਵਿੱਚ ਆਓ, ਮੈਨੂੰ ਇਸ ਵਿਖਮ ਸਾਗਰ ਭਵਜਲ ਸਾਗਰ ਤੋਂ ਪਾਰ ਲੰਘਾ ਦਿਓ। ਤੁਹਾਡੇ ਬਿਨਾ ਮੇਰੀ ਅੱਧੀ ਕੌਡੀ ਵੀ ਮੁੱਲ ਨਹੀਂ ਹੈ। ਅੱਡ ਦਾ ਮਤਲਬ ਹੈ ਅੱਧੀ ਕੌਡੀ। ਇਹ ਕੌਡੀ ਪੁਰਾਣੇ ਜ਼ਮਾਨੇ ਦੇ ਅੰਦਰ ਬਿਲਕੁਲ ਮੋਨਿਟਰੀ ਯੂਨਿਟ ਸਭ ਤੋਂ ਛੋਟੀ ਜਿਹੜੀ ਸੀ ਕੌਡੀ ਹੁੰਦੀ ਸੀ। ਉਸ ਤੋਂ ਬਾਅਦ ਫਿਰ ਪੈਸੇ ਸ਼ੁਰੂ ਹੁੰਦੇ ਸਨ। ਤੋ ਅੱਧੀ ਅੱਡ ਦਾ ਮਤਲਬ ਸੀਗਾ ਅੱਧੀ ਕੌਡੀ।
ਜਿਵੇਂ ਅੱਜ ਦੇ ਜ਼ਮਾਨੇ 'ਚ ਹੁਣ ਅਗਰ ਜੇ ਅਸੀਂ ਇੰਡੀਅਨ ਕਰੰਸੀ ਦੀ ਗੱਲ ਕਰੀਏ ਤੇ ਜੇ ਕਿਸੇ ਨੂੰ ਆਖੀਏ ਕਿ ਮੇਰਾ ਤਾਂ 1 ਪੈਸਾ ਵੀ ਮੁੱਲ ਨਹੀਂ ਹੈ, ਅੱਧਾ ਪੈਸਾ ਵੀ ਮੁੱਲ ਨਹੀਂ ਹੈ, ਤਾਂ ਅਸੀਂ ਸਭ ਜਾਣਦੇ ਹਾਂ ਕਿ ਅੱਜ ਕੱਲ੍ਹ ਪੈਸਿਆਂ ਦੀ ਗੱਲ ਤਾਂ ਹੁੰਦੀ ਨਹੀਂ। ਛੋਟੇ ਤੋਂ ਛੋਟਾ ਕੁਆਇਨ ਵੀ ਹੁਣ 1 ਰੁਪਈਏ ਦਾ, ਅਠੰਨੀਆਂ ਵੀ ਬੰਦ ਹੋ ਗਈਆਂ ਨੇ। ਤਾਂ ਜੇ ਅਸੀਂ ਗੱਲ ਪੈਸਿਆਂ ਦੀ ਕਰੀਏ ਤੇ ਫਿਰ ਜਿਹੜੇ ਨਵੀਂ ਜਨਰੇਸ਼ਨ ਉਹ ਕਹਿਣਗੇ ਪੈਸਾ ਹੁੰਦਾ ਕੀ ਹੈ? ਅਸੀਂ ਤਾਂ ਆਪਣੇ ਜ਼ਮਾਨੇ 'ਚ 1 ਪੈਸਾ ਵੀ ਦੇਖਿਆ ਹੋਇਆ, ਸਿੱਕਾ 1 ਪੈਸੇ ਦਾ ਸਿੱਕਾ ਵਰਤਿਆ ਵੀ ਹੋਇਆ। ਪਰ ਹੁਣ ਅੱਜ ਦੀ ਜਿਹੜੀ ਜੋ ਸਭ ਤੋਂ ਛੋਟਾ ਯੂਨਿਟ ਹੈ, ਪਰ ਰੁਪਏ ਦੇ 100 ਪੈਸੇ ਤਾਂ ਫਿਰ ਵੀ ਯੂਨਿਟ ਦਾ ਪਾਰਟ ਤੇ ਹਨ। ਤਾਂ ਕੌਡੀ ਜਿਹੜੀ ਹੈ ਉਹਦੇ ਨਾਲ ਭਾਵੇਂ ਕੁਝ ਵੀ ਖਾਸ ਜ਼ਿਆਦਾ ਪਰਚੇਜ਼ ਨਾ ਕੀਤਾ ਜਾ ਸਕਦਾ ਹੋਵੇ, ਪਰ ਉਹ ਮੋਨਿਟਰੀ ਯੂਨਿਟ ਦੇ ਰੂਪ ਵਿੱਚ ਪ੍ਰਚਲਿਤ ਸੀ ਕਿਸੇ ਜ਼ਮਾਨੇ 'ਚ। ਤਾਂ ਉਹ ਅੱਧ ਦਾ ਅਰਥ ਹੈ ਅੱਧੀ ਕੋਟੀ। ਤਾਂ ਅੱਜ ਦੇ ਜ਼ਮਾਨੇ 'ਚ ਗੱਲ ਕਰੀਏ ਤਾਂ ਬਿਲਕੁਲ ਜੋ ਲੀਸਟ ਸਭ ਤੋਂ ਛੋਟੀ ਮੋਨਿਟਰੀ ਯੂਨਿਟ ਹੈ, ਉਹਨਾਂ ਵੀ ਮੁੱਲ ਨਹੀਂ ਹੈ। ਆਪ ਬਿਲਕੁਲ ਵੈਲਿਊਲੈਸ ਹੈ। तो तेरे बिना मेरा कुछ भी मूल नहीं है, मेरी कोई इज्जत नहीं है, कोई कदर नहीं है। पर अगर जे मैं तेनू चंगी लगन लग पवां, तू मेरे ते दयाल हो जावे, तू मेरे ते बख्शिश कर देवे, तो फिर मेरी जेड़ा मैं वैल्यूलैस है ना, वो मैं इनवैल्यूएबल हो जावांगी। लफ्ज आपस में ना बड़े नजदीक ने कि किसी चीज ਨੂੰ कहना कि हु कैन पुट ए वैल्यू ऑन यू, ਉਹਦੇ 2 ਅਰਥ ਨਿਕਲ ਸਕਦੇ ਨੇ। ਇੱਕ ਤਾਂ ਇਹ ਹੈ ਕਿ ਭਈ ਤੇਰੀ ਵੈਲਿਊ ਕੁਛ ਨਹੀਂ ਹੈ, ਤੇਰੇ ਅੰਦਰ ਕੱਖ ਨਹੀਂ ਹੈਗਾ, ਤੇਰੀ ਕੋਈ ਡਿਮਾਂਡ ਨਹੀਂ ਹੈ, ਤੇਰੀ ਕੋਈ ਕਦਰ ਨਹੀਂ ਹੈ, ਤੇ ਇਸ ਕਰਕੇ ਤੂੰ ਵੈਲਿਊਲੈਸ ਹੈ। ਇਹ ਤਾਂ ਗੱਲ ਹੋ ਗਈ ਵੈਲਿਊਲੈਸ। ਦੂਜਾ ਇਹ ਹੈ ਕਿ ਇੰਨਾ ਬੇਸ਼ਕੀਮਤੀ ਹੈ ਕਿ ਤੇਰੀ ਕੋਈ ਕੀਮਤ ਲਗਾ ਹੀ ਨਹੀਂ ਸਕਦਾ, ਇਨਵੈਲਿਊਏਬਲ। ਤੋ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਵਿਛੋੜੇ ਕਰਕੇ ਅੱਧੀ ਕੌਡੀ ਮੁੱਲ ਨਹੀਂ ਹੈ, ਵੈਲਿਊਲੈਸ ਹੈ, ਉਹ ਹੁਣ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵਾ ਟੋਲੋ। ਅਗਰ ਜੇ ਗੁਰੂ ਬਖਸ਼ਿਸ਼ ਕਰਕੇ ਪਰਮਾਤਮਾ ਦਾ ਮੈਨੂੰ ਦੀਦਾਰ ਕਰਵਾ ਦੇਵੇ, ਜੇ ਮੈਂ ਤੈਨੂੰ ਫਿਰ ਪ੍ਰਭੂ ਤੈਨੂੰ ਚੰਗੀ ਲੱਗਣ ਲੱਗ ਪਵਾਂ, ਤਾਂ ਕੀਮਤ ਕੌਣ ਕਰੇ? ਫਿਰ ਮੇਰੀ ਕੀਮਤ ਕੌਣ ਪਾ ਸਕਦਾ ਹੈ? ਫਿਰ ਮੈਂ ਇਨਵੈਲਿਊਏਬਲ ਹੋ ਜਾਂਦੀ ਹਾਂ। ਤਾਂ ਜਿਹੜੀ ਅੱਡ ਨਾ ਮੁੱਲੋਂ ਵਾਲੀ ਜੀਵ ਇਸਤਰੀ ਸੀ, ਉਹ ਹੁਣ ਇਨਵੈਲਿਊਏਬਲ ਹੋ ਜਾਏਗੀ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਜੇ ਮੈਂ ਤੈਨੂੰ ਚੰਗੀ ਲੱਗਣ ਲੱਗ ਪਵਾਂ, ਜੇ ਗੁਰੂ ਮੈਨੂੰ ਤੇਰਾ ਦੀਦਾਰ ਕਰਕੇ ਮੈਨੂੰ ਦੀਦਾਰ ਕਰਵਾ ਦੇਵੇ, ਦੇਖ ਦਿਖਾਵੇ, ਦੇਖ ਕੇ ਮੈਨੂੰ ਦਿਖਾਵੇ, ਮੈਨੂੰ ਦੀਦਾਰ ਕਰਵਾ ਦੇਵੇ ਉਸ ਪ੍ਰਭੂ ਪਰਮਾਤਮਾ ਦਾ। ਢੋਲੋ ਲਫ਼ਜ਼ ਜਿਹੜਾ ਹੈ ਉਹ ਢੋਲ, ਪਿਆਰੇ ਪਤੀ ਦੇ ਵਾਸਤੇ ਢੋਲ ਲਫ਼ਜ਼ ਜਿਹੜਾ ਹੈ ਉਹ ਵੀ ਪਿਆਰੇ ਵਾਸਤੇ ਹੀ ਵਰਤਿਆ ਜਾਂਦਾ ਹੈ। तो ढोला पति ਨੂੰ ਪਿਆਰੇ ਨੂੰ ਹੀ ਕਿਹਾ ਜਾਂਦਾ ਹੈ। ਦੇਖ ਦਿਖਾਵੇ ਢੋਲੋ, ਜੇ ਗੁਰੂ ਬਖਸ਼ਿਸ਼ ਕਰਕੇ ਪ੍ਰਭੂ ਨਾਲ ਜੋ ਮਿਲਿਆ ਹੋਇਆ ਹੈ, ਉਹ ਮੈਨੂੰ ਵੀ ਪ੍ਰਭੂ ਪਤੀ ਦੇ ਦੀਦਾਰ ਕਰਵਾ ਦੇਵੇ, ਤੇ ਮੈਂ ਜੇ ਤੈਨੂੰ ਚੰਗੀ ਲੱਗਣ ਲੱਗ ਪਵਾਂ, ਤੇ ਫਿਰ ਮੇਰੀ ਕੀਮਤ ਕੌਣ ਪਾ ਸਕਦਾ ਹੈ? ਫਿਰ ਮੈਂ ਇਨਵੈਲਿਊਏਬਲ ਹੋ ਜਾਂਦੀ ਹਾਂ। ਦੂਰ ਨਾ ਜਾਣਾ ਅੰਤਰ ਮਾਣਾ, ਹਰ ਕਾ ਮਹਿਲ ਪਛਾਣਾ। ਹੁਣ ਜੇ ਤੇਰਾ ਮੇਰੇ ਨਾਲ ਮਿਲਾਪ ਹੋ ਜਾਵੇ, ਫਿਰ ਤਾਂ ਮੈਨੂੰ ਤੂੰ ਕਦੀ ਮੈਨੂੰ ਦੂਰ ਜਾਪੇਗਾ ਹੀ ਨਹੀਂ। ਫਿਰ ਮੈਨੂੰ ਇੰਜ ਨਹੀਂ ਲੱਗੇਗਾ ਕਿ ਤੂੰ ਮੇਰੇ ਤੋਂ ਦੂਰ ਹੈ। ਫਿਰ ਮੈਨੂੰ ਪਛਾਣ ਹੋ ਜਾਏਗੀ, ਸਮਝ ਆ ਜਾਏਗੀ, ਤੇ ਤੈਨੂੰ ਮੈਨੂੰ ਲੱਗ ਜਾਏਗਾ ਕਿ ਤੂੰ ਮੇਰੇ ਹਿਰਦੇ 'ਚ ਵਸਦਾ ਹੈ, ਤੇਰਾ ਕੀ ਟਿਕਾਣਾ ਹੈ, ਉਹ ਮੇਰੀ ਸਮਝ ਵਿੱਚ ਆ ਜਾਏਗਾ। ਤੇ ਫਿਰ ਮੈਂ ਉਹਨੂੰ ਆਪਣੇ ਅੰਦਰ ਹੀ ਤੈਨੂੰ ਮਹਿਸੂਸ ਕਰ ਸਕਦੀ ਹਾਂ, ਤੇ ਮੈਨੂੰ ਬਿਲਕੁਲ ਭਰੋਸਾ ਹੋ ਜਾਏਗਾ ਕਿ ਤੂੰ ਮੇਰੇ ਅੰਦਰ ਹੀ ਵਸਦਾ ਹੈ। ਦੂਰ ਨਾ ਜਾਣਾ ਅੰਤਰ ਮਾਣਾ, ਹਰ ਕਾ ਮਹਿਲ ਪਛਾਣਾ। ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਵੈਸਾਖੀ, ਇਹ ਲਫ਼ਜ਼ ਜਿਹੜਾ ਵੈਸਾਖੀ ਆਇਆ ਹੈ, ਇਹ ਇਸੇ ਅਰਥਾਂ 'ਚ ਆਇਆ ਹੈ ਕਿ ਵਿਸਾਖ ਦੇ ਮਹੀਨੇ ਦੇ ਵਿੱਚ। ਇਹ ਵੀ ਗੁਰਬਾਣੀ ਦੇ ਅੰਦਰ ਇਹ ਟੈਕਨੀਕ ਵਰਤੀ ਜਾਂਦੀ ਹੈ। ਜਿੱਥੇ ਕਿਧਰੇ ਵੀ ਮਾਤਰਾ ਦਾ ਤੋਲ ਵਧਾਉਣਾ ਜਾਂ ਘਟਾਉਣਾ ਹੁੰਦਾ ਹੈ, ਤਾਂ ਕਈ ਜਗ੍ਹਾ ਦੇ ਉੱਤੇ ਔਂਕੜ ਔਰ ਹੋੜਾ ਇੰਟਰਚੇਂਜੇਬਲੀ ਯੂਜ਼ ਕਰ ਲਏ ਜਾਂਦੇ ਹਨ, ਤੇ ਸਿਹਾਰੀ ਔਰ ਬਿਹਾਰੀ ਜਿਹੜੀ ਹੈ ਉਹਨਾਂ ਨੂੰ ਵੀ ਇੰਟਰਚੇਂਜ ਕਰਕੇ ਯੂਜ਼ ਕਰ ਲਿਆ ਜਾਂਦਾ ਹੈ ਜਦੋਂ ਥੋੜਾ ਜਿਹਾ ਮਾਤਰਾ ਨੂੰ ਵਧਾਉਣਾ ਹੁੰਦਾ ਹੈ। ਤਾਂ ਇਹਦੇ ਅਰਥ ਉਹੀ ਹਨ। ਜੇ ਅਗਰ ਵਿਸਾਖ ਦੇ ਕੱਖੇ ਨੂੰ ਸਿਹਾਰੀ ਲੱਗੀ ਹੁੰਦੀ ਤਾਂ ਅਰਥ ਹੋਣਾ ਸੀ ਵਿਸਾਖ ਦੇ ਵਿੱਚ, ਤੇ ਵਿਸਾਖੀ ਵੀ ਦਾ ਵੀ ਅਰਥ ਹੋਈ ਹੈ ਵਿਸਾਖ ਦੇ ਵਿੱਚ। ਨਾਨਕ ਵਿਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਵਿਸਾਖ ਦੇ ਵਿੱਚ ਵੀ ਸੋ ਇਹ ਕੁਦਰਤ ਦਾ ਸ਼ਿੰਗਾਰ ਦੇਖ ਕੇ, ਫਲ ਬੂਟਿਆਂ ਨੂੰ ਜਿਹੜੇ ਸ਼ਾਖਾ ਦਾ ਵੇਸ ਹੈ, ਸ਼ਾਖਾ ਹਰੇ ਪੱਤੇ, ਪੇੜ ਪੌਦਿਆਂ ਦੀ ਜੋ ਖਿੜਾव ਦੀ ਜੋ ਡਾਲੀਆਂ ਔਰ ਜੋ ਉਹਨਾਂ ਦੇ ਸ਼ਿੰਗਾਰੇ ਹੋਏ ਜਿਹੜੇ ਪੱਤੇ ਹਨ, ਉਹ ਦੇਖ ਕੇ ਜੀਵ ਇਸਤਰੀ ਨੂੰ ਜਿਹੜਾ ਹੈ ਉਹ ਮਿਲਾਪ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ ਜਦੋਂ ਪ੍ਰਭੂ ਦੇ ਹਿਰਦੇ 'ਚ ਵਸਦਾ ਹੈ। ਤੇ ਸੁਰਤ ਜਿਹੜੀ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੁੜੀ ਰਹਿੰਦੀ ਹੈ।
ਤੇ ਮਨ ਜਿਹੜਾ ਹੈ ਫਿਰ ਮੰਨ ਜਾਂਦਾ ਹੈ। ਫਿਰ ਮਨ ਨੂੰ ਭਰੋਸਾ ਹੋ ਜਾਂਦਾ ਹੈ ਕਿ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਭੂ ਦਾ ਟਿਕਾਣਾ ਹੈ, ਪ੍ਰਭੂ ਦਾ ਨਿਵਾਸ ਹੈ। ਫਿਰ ਉਹਨੂੰ ਕਿਤੇ ਦੂਰ ਉਡੀਕ ਕਰਨ ਦੀ, ਕਿਸੇ ਦੇ ਦਰਵਾਜ਼ੇ ਤੇ ਖਲੋ ਕੇ ਪ੍ਰਭੂ ਨੂੰ ਲੱਭਣ ਦੀ ਕੋਈ ਲੋੜ ਨਹੀਂ ਪੈਂਦੀ, ਨਾ ਹੀ ਕੋਈ ਹੋਰ ਕਿਸੇ ਕਿਸਮ ਦੇ ਬਾਹਰੀ ਕਰਮ ਕਾਂਡ ਕਰਨ ਦੀ ਲੋੜ ਰਹਿੰਦੀ ਹੈ। ਇਹਦਾ ਭਾਵਅਰਥ ਜਿਹੜਾ ਹੈ ਇਹੀ ਹੈ ਕਿ ਜਿਸ ਜੀਵ ਇਸਤਰੀ ਦਾ ਮਨ ਗੁਰੂ ਦੀ ਸਿੱਖਿਆ ਦੁਆਰਾ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਂਦਾ ਹੈ, ਜਿਹਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਟਿਕ ਜਾਂਦੀ ਹੈ, ਉਹਨੂੰ ਫਿਰ ਕੋਈ ਵੀ ਦਿਖਾਵੇ ਮਾਤਰ ਕਰਨ ਵਾਲੇ ਧਾਰਮਿਕ ਕਰਮ ਕਾਂਡ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ। ਉਹਦਾ ਮਨ ਮੰਨ ਜਾਂਦਾ ਹੈ ਕਿ ਪ੍ਰਭੂ ਪਰਮਾਤਮਾ ਮੇਰੇ ਹਿਰਦੇ ਦੇ ਅੰਦਰ ਹੀ ਹੈ, ਉਹਨੂੰ ਮੈਂ ਆਪਣੇ ਹਿਰਦੇ ਵਿੱਚੋਂ ਹੀ ਪਾ ਸਕਦੀ ਹਾਂ, ਉਹਦਾ ਦੀਦਾਰ ਕਰ ਸਕਦੀ ਹਾਂ। ਉਹ ਇਹ ਭਰੋਸਾ ਮਨ ਦੇ ਮੰਨ ਜਾਣ ਵਾਲੀ ਗੱਲ ਜਿਹੜੀ ਅਵਸਥਾ ਹੈ ਉਹ ਬਿਆਨ ਕੀਤਾ ਹੈ ਅਖੀਰਲੀਆਂ ਦੋ ਪੰਕਤੀਆਂ 'ਚ ਕਿ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਣਾ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ। ਜਿਹਦੀ ਸੁਰਤ ਜਿਹੜੀ ਹੈ ਉਹ ਸ਼ਬਦ ਦੇ ਵਿੱਚ ਟਿਕ ਜਾਂਦੀ ਹੈ, ਗੁਰੂ ਦੇ ਉਪਦੇਸ਼ ਦੇ ਵਿੱਚ ਟਿਕ ਜਾਂਦੀ ਹੈ, ਉਹ ਵਿਸਾਖ ਦੇ ਮਹੀਨੇ ਵਿੱਚ ਆਪਣੇ ਹਿਰਦੇ ਰੂਪੀ ਘਰ ਵਿੱਚ ਹੀ ਪ੍ਰਭੂ ਨੂੰ ਪਾ ਲੈਂਦੀ ਹੈ। ਉਹਦਾ ਮਨ ਮੰਨ ਜਾਂਦਾ ਹੈ, ਉਹਨੂੰ ਪੂਰਾ ਭਰੋਸਾ ਹੋ ਜਾਂਦਾ ਹੈ ਕਿ ਇਹੀ ਇੱਕੋ ਇੱਕ ਤਰੀਕਾ ਹੈ ਕਿ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਉਹਦੇ ਅਨੁਸਾਰ ਹੀ ਆਪਣੇ ਆਪ ਨੂੰ ਢਾਲ ਕੇ ਆਪਣਾ ਜੀਵਨ ਗੁਰੂ ਦੇ ਉਪਦੇਸ਼ ਦੇ ਅਨੁਸਾਰ ਚਲਾ ਕੇ ਹੀ ਆਪਣੇ ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਫਿਰ ਉਹਨੂੰ ਬਾਹਰ ਕਿਧਰੇ ਭਟਕਣ ਦੀ, ਫਿਰ ਉਹ ਕੁਦਰਤ ਦੇ ਨਜ਼ਾਰੇ ਵੀ ਜਿਹੜੇ ਹਨ ਉਹਨੂੰ ਭਲੇ ਲੱਗਣੇ ਸ਼ੁਰੂ ਹੋ ਜਾਂਦੇ ਹਨ, ਸਾਰਾ ਕੁਝ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜੋ ਚੇਤ ਦੇ ਮਹੀਨੇ ਦੇ ਵਿੱਚ ਵਿਛੋੜੇ ਦੀ ਅਵਸਥਾ ਦੇ ਵਿੱਚ ਈਵਨ ਕੋਇਲ ਦਾ ਬੋਲਣਾ ਤੇ ਭੰਵਰੇ ਦੀ ਗੁੰਜਾਰ ਪਾਣੀ ਵੀ ਦੁਖਦਾਈ ਲੱਗਦੀ ਸੀ, ਉਹ ਜੇ ਸਾਰੇ ਦੁੱਖ ਜਿਹੜੇ ਹਨ ਉਹ ਉਹਦੇ ਹਿਰਦੇ ਵਿੱਚੋਂ ਨਿਕਲ ਜਾਂਦੇ ਹਨ। ਤਾਂ ਜੋ ਅਖੀਰਲੀ ਪੰਕਤੀ 'ਚ ਗੱਲ ਕੀਤੀ ਸੀ, ਸਹਿਜ ਸੁਖ ਪਾਵੈ, ਤਾਂ ਉਹ ਅਡੋਲਤਾ ਦੀ ਅਵਸਥਾ ਜਿਹੜੀ ਹੈ ਉਹ ਇੱਥੇ ਵਿਸਾਖ ਦੇ ਮਹੀਨੇ ਵਿੱਚ ਵੀ ਉਸ ਅਵਸਥਾ ਨੂੰ ਹੀ ਗੱਲ ਕੀਤੀ, ਕਿਉਂਕਿ ਦੋਨਾਂ ਉਹਨਾਂ ਚੇਤ ਦੇ ਅਖੀਰਲੀ ਪੰਕਤੀ ਵਿੱਚ ਵੀ ਔਰ ਵਿਸਾਖ ਦੀ ਅਖੀਰਲੀ ਪੰਕਤੀ ਦੇ ਵਿੱਚ ਵੀ ਦੋਨਾਂ ਦੇ ਵਿੱਚ ਹੀ ਮਿਲਾਪ ਦੀ ਗੱਲ ਕੀਤੀ ਗਈ ਹੈ। ਚੇਤ ਵਾਲੇ 'ਚ ਕਿਹਾ ਗਿਆ ਸੀਗਾ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਰ ਘਰ ਤਨ ਪਾਏ। ਘਰ ਦੇ ਅੰਦਰ ਹਿਰਦੇ ਰੂਪੀ ਘਰ ਦੇ ਵਿੱਚ ਹੀ ਜੇ ਉਸ ਇਸਤਰੀ ਨੂੰ ਹਰੀ ਵਾਰ ਮਿਲ ਜਾਵੇ ਤਾਂ ਹੀ ਉਹ ਅਡੋਲਤਾ ਤੇ ਆਤਮਕ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਹੋ ਸਕਦੀ ਹੈ। ਵਿਸਾਖ ਦੇ ਵਿੱਚ ਵੀ ਇਹ ਹੈ ਕਿ ਜੇ ਸੁਰਤ ਤੇ ਸ਼ਬਦ ਦਾ ਮੇਲ ਹੋ ਜਾਵੇ ਤੇ ਮਨ ਮੰਨ ਜਾਂਦਾ ਹੈ ਤੇ ਵਿਸਾਖ ਦੇ ਮਹੀਨੇ ਦੇ ਅੰਦਰ ਹੀ ਉਸ ਜੀਵ ਇਸਤਰੀ ਨੂੰ ਆਪਣੇ ਹਿਰਦੇ ਵਿੱਚੋਂ ਹੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਇਹਨਾਂ ਦੋਨਾਂ ਮਹੀਨਿਆਂ ਦੇ ਅੰਦਰ ਪ੍ਰਭੂ ਦਾ ਵਿਛੋੜੇ ਨੂੰ ਦੁਖਦਾਈ ਤੇ ਮਿਲਾਪ ਦੀ ਅਵਸਥਾ ਨੂੰ ਸੁਖਦਾਈ, ਤੇ ਉਹਦੇ ਨਾਲ ਜੋ ਕੁਦਰਤ ਦਾ ਜੋ ਮਾਹੌਲ ਹੈ ਉਹ ਵੀ ਤਾਂ ਹੀ ਸੁਖਦਾਈ ਲੱਗਦਾ ਹੈ ਜੇ ਮਿਲਾਪ ਦੀ ਅਵਸਥਾ ਹੋਵੇ। ਜੇ ਵਿਛੋੜਾ ਹੋਵੇ ਤਾਂ ਉਹ ਬਸੰਤ ਦੀ ਰੁੱਤ ਜਿਹੜੀ ਹੈ ਉਹ ਵੀ ਦੁਖਦਾਈ ਮਹਿਸੂਸ ਹੋਣ ਲੱਗ ਪੈਂਦੀ ਹੈ। ਤੋ ਇਹ ਇਹਨਾਂ ਦੋਨਾਂ ਮਹੀਨਿਆਂ ਦੇ ਅੰਦਰ ਗੁਰੂ ਸਾਹਿਬ ਨੇ ਜੋ ਉਪਦੇਸ਼ ਦਿੱਤਾ ਹੈ, ਜੋ ਸਾਰਾ ਜ਼ੋਰ ਹੈ ਉਹ ਹੈ ਪ੍ਰਭੂ ਦੇ ਮਿਲਾਪ ਦੀ ਅਵਸਥਾ ਹਾਸਲ ਕਰਨ ਦੀ। ਉਹਦਾ ਢੰਗ ਦੱਸਿਆ ਹੈ ਗੁਰੂ ਦੇ ਸ਼ਬਦ ਦੇ ਰਾਹੀਂ। ਸ਼ਬਦ ਦੇ ਰਾਹੀਂ ਮਨ ਮੰਨ ਜਾਂਦਾ ਹੈ, ਸੁਰਤ ਸ਼ਬਦ ਦਾ ਮਿਲਾਪ ਹੋ ਜਾਏ ਤੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। तो इतने बचन प्रवान करने जी भैया अनेक प्रकार की भुलों की आप जी पास क्षमा मंगते हैं। वाहिगुरु जी का खालसा वाहिगुरु जी की फतेह। ਚੈਟ ਦੇ ਵਿੱਚ ਇੱਕ ਮੈਸੇਜ ਆਇਆ ਸੀਗਾ ਕਿ ਹਰ ਮੰਗਲਵਾਰ ਨੂੰ ਜਿਹੜੇ ਇੱਕ ਵੀਰ